ਸਤਿ ਸ਼੍ਰੀ ਅਕਾਲ। ਜਸ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਦੇ ਦੌਰ ਦੇ ਵਿੱਚ, ਮਾਡਰਨ ਦੌਰ ਦੇ ਵਿੱਚ, ਭੱਜ ਦੌੜ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਖੁਸ਼ ਰਹਿਣ ਦੀ ਕੋਸ਼ਿਸ਼ ਤਾਂ ਕਰਦੇ ਨੇ ਪਰ ਉਹ ਖੁਸ਼ ਨਹੀਂ ਹੁੰਦੇ। ਬਹੁਤ ਸਾਰੀਆਂ ਮੁਸ਼ਕਿਲਾਂ ਚੱਲ ਰਹੇ ਨੇ, ਲਗਾਤਾਰ ਕੰਮਕਾਰ, ਸ਼ਿਫਟਾਂ ਜਾਂ ਕੁਝ ਪਰਸਨਲ ਡਿਪਰੈਸ਼ਨ, ਪਰਸਨਲ ਟੈਨਸ਼ਨ ਕਾਰਨ ਬਣਦੀਆਂ ਨੇ ਸਟ੍ਰੈਸ ਦਾ, ਡਿਪਰੈਸ਼ਨ ਦਾ। ਇਸੇ ਤੇ ਹੀ ਅਸੀਂ ਅੱਜ ਚਰਚਾ ਕਰਾਂਗੇ। ਤਾਂ ਪਹਿਲਾਂ ਕੁਝ ਪੁਆਇੰਟਰਸ ਦੇ ਜ਼ਰੀਏ ਅਸੀਂ ਸਮਝ ਲੈਂਦੇ ਹਾਂ ਕਿ ਅਸਲ 'ਚ ਮੁੱਦਾ ਹੈ ਕੀ ਹੈ, ਮਸਲਾ ਹੈ ਕੀ ਹੈ। ਉਸ ਤੋਂ ਬਾਅਦ ਚਰਚਾ ਦੇ ਵੱਲ ਵਧਾਂਗੇ। ਯੂਥ ਮੈਂਟਲ ਹੈਲਥ ਦੀ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਨੌਜਵਾਨਾਂ ਦੇ ਵਿੱਚ ਵੱਧ ਰਿਹਾ ਤਣਾਅ ਅਤੇ ਉਦਾਸੀ। ਸਟੱਡੀ ਦੇ ਮੁਤਾਬਕ ਨੌਜਵਾਨਾਂ ਤੋਂ ਵੱਧ ਬਜ਼ੁਰਗ ਖੁਸ਼ ਨੇ। ਇੱਕ ਸਟੱਡੀ ਹੈ ਜਿਹੜੀ 5 ਸਾਲਾਂ ਦੇ ਵਿੱਚ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਨੌਜਵਾਨਾਂ ਦੇ ਨਾਲੋਂ ਬਜ਼ੁਰਗ ਜ਼ਿਆਦਾ ਖੁਸ਼ ਨੇ, ਨੌਜਵਾਨ ਉਦਾਸ ਰਹਿ ਰਹੇ ਨੇ। ਇਹ ਸਟੱਡੀ ਦੇ ਵਿੱਚ ਪਾਇਆ ਗਿਆ ਹੈ। ਦੁਨੀਆ ਭਰ ਦੇ 44 ਮੁਲਕਾਂ ਦੇ ਵਿੱਚ ਇਹ ਸਟੱਡੀ ਹੈ ਜਿਹੜੀ ਉਹ ਕੀਤੀ ਗਈ ਹੈ। ਪਹਿਲਾਂ ਉਮਰ ਦਰਾਜ਼ ਲੋਕ ਉਦਾਸੀ ਤੋਂ ਪੀੜਤ ਹੋਇਆ ਕਰਦੇ ਸੀ, ਜੋ 40 ਸਾਲ ਤੋਂ ਵੱਧ ਹੋਇਆ ਕਰਦੇ ਸੀ, ਪਰ ਹੁਣ ਇਹ ਹੈ ਜਿਹੜਾ ਇਸੇ ਏਜ ਦੇ ਵਿੱਚ ਆਉਂਦੇ ਨੇ ਉਹੀ ਲੋਕ ਉਦਾਸੀ ਤੋਂ ਪੀੜਤ ਹੋ ਰਹੇ ਨੇ, ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। +1 ਦੀ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਸਾਲ 2020 ਤੋਂ 2025 ਦੀ ਨਵੀਂ ਰਿਸਰਚ ਹੋਈ ਹੈ। ਇਕੱਲਾਪਨ ਅਤੇ ਮਸ਼ਰੂਫ ਜ਼ਿੰਦਗੀ ਕਾਰਨ ਬਣਿਆ ਹੈ, ਜਿਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ। ਅਸੀਂ ਉਹਨਾਂ ਸਵਾਲਾਂ ਤੇ ਡਿਸਕਸ਼ਨ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਖਾਸ ਮਹਿਮਾਨ, ਸਾਈਕੈਟਰਿਸਟ ਨੇ। ਚੰਗਾ ਇਹਨਾਂ ਦਾ ਐਕਸਪੀਰੀਅੰਸ ਹੈ, ਨਿਤ ਦਿਨ ਨਵੇਂ ਲੋਕਾਂ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਸੁਝਾਅ ਦਿੰਦੇ ਨੇ, ਉਹਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਲੀਹ ਤੇ ਵੀ ਤੋਰਦੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਜੋਸਫ ਕਾਲੇ ਜੀ ਸਾਡੇ ਨਾਲ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਜੋ ਰਿਸਰਚ ਕੀਤੀ ਗਈ ਹੈ, ਇੰਨੇ ਸਾਲਾਂ ਦੀ ਰਿਸਰਚ ਹੈ ਔਰ ਉਸਨੇ ਬਹੁਤ ਹੈਰਾਨ ਕੀਤਾ ਹੈ ਕਿ ਆਪਾਂ ਪਹਿਲਾਂ ਸਮੇਂ 'ਚ ਦੇਖਦੇ ਸੀ ਕਿ ਯੂਥ ਖੁਸ਼ ਰਹਿੰਦਾ ਸੀ, ਐਨਰਜੈਟਿਕ ਹੁੰਦਾ ਸੀ, ਪਰ ਅੱਜ ਕੱਲ੍ਹ ਯੂਥ ਉਦਾਸ ਵੀ ਹੈ, ਐਨਰਜੈਟਿਕ ਵੀ ਨਹੀਂ ਹੈ, ਡਿਪਰੈਸਡ ਵੀ ਹੈ। ਇਸ ਦੀ ਵਜ੍ਹਾ ਕੀ ਸਮਝੀ ਜਾਵੇ? ਰਾਈਟ, ਕਾਫੀ ਰਿਸਰਚ ਕੀਏ ਗਏ ਨੇ ਜਿਹਦੇ 'ਚ ਇਹ ਪਾਇਆ ਗਿਆ ਹੈ ਕਿ ਪਹਿਲੇ ਨਾਲੋਂ ਹੁਣ ਡਿਪਰੈਸ਼ਨ ਦੀ ਜੀ ਓਕਰੈਂਸ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਆ। ਇਹਨੂੰ ਆਪਾਂ 3 ਮੇਜਰ ਕੈਟੇਗਰੀ 'ਚ ਡਿਵਾਈਡ ਕਰਕੇ ਆਪਾਂ ਦੇਖਾਂਗੇ ਤਾਂ ਕਿ ਆਪਾਂ ਨੂੰ ਸਮਝ ਨੂੰ ਆਸਾਨ ਹੋ ਜਾਊਗਾ। ਰਾਈਟ, ਫਰਸਟ ਕੈਟੇਗਰੀ ਹੈ ਟੈਕਨੋਲੋਜੀ ਐਂਡ ਡਿਵੈਲਪਮੈਂਟ, ਜਾਂ ਇਸको ਆਪਾਂ ਇਵੋਲੂਸ਼ਨ ਕਹਿ ਸਕਦੇ ਨੇ। ਰਾਈਟ, ਕਿ ਪਹਿਲੇ ਨਾਲੋਂ ਹੁਣ ਪਿਛਲੇ ਕੁਝ ਦਸ਼ਕਾਂ ਤੋਂ ਐਵੇਂ ਕਹਿ ਸਕਦੇ ਆ 30-40 ਸਾਲਾਂ ਤੋਂ ਟੈਕਨੋਲੋਜੀਕਲ ਡਿਵੈਲਪਮੈਂਟ ਬਹੁਤ ਛੇਤੀ ਹੋ ਰਹੀ ਹੈ, ਬਹੁਤ ਫਾਸਟ ਹੋ ਰਹੀ ਹੈ। ਠੀਕ ਹੈ, ਆਪਣਾ ਬ੍ਰੇਨ ਵੀ ਉਹਦੇ ਨਾਲ ਡਿਵੈਲਪ ਹੁੰਦਾ ਰਹਿੰਦਾ ਹੈ, ਬਟ ਜਿਹੜੀ ਪੇਸ ਹੈ ਟੈਕਨੋਲੋਜੀਕਲ ਡਿਵੈਲਪਮੈਂਟ ਦੀ ਉਹ बहुत ज्यादा है एज कम्पेयर टू ब्रेन डेवलपमेंट। तो ब्रेन जेड़ा है वो कोप अप नहीं कर पा रहा है और सबसे ज्यादा अफेक्ट जेड़े होंगे वो यंगस्टर्स होंगे। राइट, सैकेंड हैगा पेरेंटिंग और पीयर प्रेशर। जिवें कि आपां देखदे हैं पहला 3-3 4-4 बच्चे होंदे सी, इतना पढ़ाई दा प्रेशर भी पेरेंट्स नहीं पांदे सीगे। हुण एक बच्चा हुंदा है या 2 बच्चे हुंदे ਤਾਂ पेरेंट्स ਨੂੰ ਵੱਧ ਟੈਨਸ਼ਨ ਹੁੰਦਾ ਹੈ ਕਿ ਮੇਰਾ ਬੱਚਾ ਫਰਸਟ ਆਣਾ ਚਾਹੀਦਾ ਹੈ। देखो 40 बच्चे अगर पढ़ रहे हैं, 40 बच्चे तो एक ही बच्चा फर्स्ट आ सकता है, पर प्रेशर 40 बच्चों ਤੇ ਪਾਇਆ ਜਾਂਦਾ ਹੈ। ਤਾਂ ਪੀਅਰ ਪ੍ਰੈਸ਼ਰ ਬਹੁਤ ਹੁੰਦਾ ਹੈ, ਕੰਪੀਟੀਸ਼ਨ ਬਹੁਤ ਹੁੰਦੀ ਹੈ। ਜਿਵੇਂ ਕਿ ਆਪਾਂ ਕੰਮ ਤੇ ਦੇਖੀਏ, ਜਿਹੜੇ ਯੰਗਸਟਰਸ ਪੜ੍ਹ ਕੇ ਬਾਹਰ ਨਿਕਲਦੇ ਆ, ਜੌਬ ਨਹੀਂ ਮਿਲਦੀ ਉਹਨਾਂ ਨੂੰ ਪਹਿਲਾਂ ਤਾਂ ਜੌਬ ਸਰਚ ਆਪਾਂ ਦੇਖਦੇ ਆ ਕਿ ਮੇਰਾ ਨੇਬਰ ਨੂੰ ਜੌਬ ਲੱਗੀ ਹੈ, ਜਾਂ ਫਿਰ ਪੰਜਾਬ 'ਚ ਆਪਾਂ ਦੇਖਦੇ ਆ ਕਿ ਮੇਰਾ ਫਰੈਂਡ ਜਿਹੜਾ ਹੈ ਉਹ ਕੈਨੇਡਾ ਸੈਟਲ ਹੋ ਗਿਆ ਜਾਂ यूके चला गया, मैं पीछे रह गया। राइट, ये पीयर प्रेशर ਹੁੰਦਾ ਹੈ। ਜਾਂ ਫਿਰ ਮੈਂ किसी काम ਤੇ ਜਾਂ ਮੈਂ ਜੌਬ पे लग गया ਤਾਂ ਉੱਥੇ ਵੀ ਮੇਰੀ ਕੰਪੀਟੀਸ਼ਨ ਹੁੰਦੀ ਹੈ ਕਿ ਮੈਨੂੰ ਪ੍ਰਮੋਸ਼ਨ ਛੇਤੀ ਛੇਤੀ ਚਾਹੀਦੀ ਹੈ। ਉਹਦੇ ਕਰਕੇ ਮੈਂ ਆਪਣੀ ਸਲੀਪ ਸੈਕਰੀਫਾਈਸ ਕਰਦਾ, ਮੇਰਾ ਫੂਡ ਸੈਕਰੀਫਾਈਸ ਕਰਦਾ, ਮੇਰਾ ਐਕਸਰਸਾਈਜ਼ ਸੈਕਰੀਫਾਈਸ ਕਰਕੇ ਮੈਂ ਬੌਸ ਨੂੰ ਦਿਖਾਣਾ ਚਾਹੁੰਦਾ ਕਿ ਮੈਂ ਕਿੰਨਾ ਵਧੀਆ EMPLOYE ਹਾਂ। ਰਾਈਟ, ਤਾਂ ਉਹ ਪੀਅਰ ਪ੍ਰੈਸ਼ਰ ਵਨ ਆਫ ਦ ਰੀਜ਼ਨਸ ਹੈਗਾ। नेक्स्ट रीजन है जो बहुत इंपॉर्टेंट मुद्दा है, वो है सोशल मीडिया। राइट, सोशल मीडिया पे हम जाते हैं, फोटो पोस्ट करते हैं और सोशल मीडिया पे हम सिर्फ अच्छे फोटो पोस्ट करते हैं।
ਰਾਈਟ। ਜਿਵੇਂ ਕਿ ਮੈਂ ਯੂਕੇ ਚਲਾ ਗਿਆ, ਮੈंने ਯੂਕੇ ਦੀ ਫੋਟੋ डाल दी, ਮੈਂ ਯੂਐਸ ਚਲਾ ਗਿਆ, ਤਾਜ ਮਹਿਲ ਚਲਾ ਗਿਆ, ਰਾਈਟ, ਬੰਬੇ ਚਲਾ ਗਿਆ, ਗੋਆ ਚਲਾ ਗਿਆ, ਮੈਂ ਉਹਦੀ ਹੀ ਹੈਪੀ ਹੈਪੀ ਪਿਕਚਰਸ डालना। मैं कदे उदासी वाला पोस्ट कदे नहीं डालदा, कदे उदासी वाली फोटो नहीं डालदे आपा, राइट। तो मैं जदों सोशल मीडिया स्क्रॉल करदा ਤਾਂ ਮੰਨ ਲਓ ਮੈਡਮ ਤੁਹਾਡਾ ਸੋਸ਼ਲ ਮੀਡੀਆ ਪ੍ਰੋਫਾਈਲ ਮੈਂ ਦੇਖ ਲਿਆ, ਮੈਡਮ ਤਾਂ ਬਹੁਤ ਵਧੀਆ ਤਰੱਕੀ ਕਰ ਰਹੇ ਨੇ, ਮੈਡਮ ਤਾਂ ਇੱਥੇ ਘੁੰਮਦੇ ਉੱਥੇ ਘੁੰਮਦੇ, ਰਾਈਟ, ਮੇਰਾ ਇਹ ਫਲਾਣਾ ਫਰੈਂਡ ਹੈ, ਉਹ ਫਲਾਣਾ ਫਰੈਂਡ ਹੈ, ਉਹਦੀ ਤਾਂ ਮੌਤ ਚੱਲ ਗਈ ਹੈ, ਰਾਈਟ। ਰੀਅਲ ਪ੍ਰੋਬਲਮਸ ਕੋਈ ਦੱਸਣਾ ਨਹੀਂ ਚਾਹੁੰਦਾ। ਮੈਂ ਇੱਕ ਬਹੁਤ ਵਧੀਆ ਇੱਕ ਪੋਸਟ ਸੀਗੀ ਜਿਹਦੇ ਚ ਇੱਕ ਮਿਰਰ ਦਿਖਾਇਆ ਗਿਆ ਸੀ ਔਰ ਸਾਹਮਣੇ ਉਹਦੇ ਐਪਲ ਸੀ, ਰਾਈਟ। ਐਪਲ ਪਿੱਛੋਂ ਤੁਸੀਂ ਦੇਖੋਗੇ ਤਾਂ ਪੂਰਾ ਖਰਾਬ ਸੀ ਔਰ ਅੱਗੇ ਜਿਹੜਾ ਸੀ ਉਹ ਸ਼ਾਈਨੀ एकदम ਵਧੀਆ ਤਰੀਕੇ ਨਾਲ ਦਿਖ ਰਿਹਾ ਸੀ, ਉਹ ਮਿਰਰ ਚ ਦਿਖ ਰਿਹਾ ਸੀ। ਤੁਸੀਂ ਮਿਰਰ ਦੇਖੋਗੇ ਤਾਂ ਤੁਹਾਨੂੰ ਐਵੇਂ ਲੱਗੇਗਾ ਕਿ ਐਪਲ ਕਿੰਨਾ ਵਧੀਆ ਹੈ, ਪਰ ਇਹ ਸਾਈਡ ਤੋਂ ਦੇਖੋਗੇ ਤੁਸੀਂ ਤਾਂ ਐਪਲ सड़ा हुआ है। सोशल मीडिया आज के जमाने में ऐसा ही है कि हम सारा अच्छा अच्छा दिखाते हैं, सारा सारा बढ़िया दिखाते हैं, पर हमारी जो वल्नरेबिलिटीज है, हमारे डिप्रेशन है, वो हम देखते नहीं। तो जो भी हम देख रहे हैं वो सिर्फ हैप्पी हैप्पी देख रहे हैं और फिर हमें लगने लगता है, हम कंपेयर करने लगते हैं कि मेरा फ्रेंड तो बहुत बढ़िया है, मैं तो हूं नहीं, वो घूम रहा है, मैं तो घूम नहीं रहा, ओदे बढ़िया मार्क्स आ रहे, मेरे नहीं आ रहे, ओदी शादी हो रही है, बच्चे हो रहे हैं, मैनू नहीं हो रहा कुछ, राइट। तो कंपैरिजन कर करके ये सारी चीजें रिस्पॉन्सिबल है कि यूथ में डिप्रेशन बहुत ज्यादा बढ़ रहा है। ਮਤਲਬ ਸਟੇਟ ਆਫ ਮਾਈਂਡ ਹੈ, ਜੇ ਨੈਗੇਟਿਵ ਜਾਣਾ ਸ਼ੁਰੂ ਕਰ ਦਿੰਦਾ ਹੈ, ਸੋਚ ਤੇ ਡਿਪੈਂਡ ਹੈ ਕਿ ਅਸੀਂ ਕਿਸੇ ਨੂੰ ਦੇਖ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਦੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਆਪਣੇ ਆਪ ਚ ਡਿਵੈਲਪਮੈਂਟ, ਅਸੀਂ ਆਪਣੀ ਜਿਹੜੀ ਹੈ ਅਸੀਂ ਕਹਿ ਸਕਦੇ ਹਾਂ ਕਿ ਖੁਦ ਨੂੰ ਸੁਧਾਰਨ ਦੇ ਵਿੱਚ ਪਹਿਲ ਨਹੀਂ ਕਰਦੇ। एग्जैक्टली। प्लस आपने देखा होगा ये ਜਿਹੜਾ ਇੰਸਟਾਗ੍ਰਾਮ ਦਾ ਐਲਗੋਰਿਦਮ ਹੁੰਦਾ ਹੈ, ਤੁਸੀਂ ਜਦੋਂ ਸੈਡ ਹੁੰਦੇ ਹੋ ਤੁਹਾਨੂੰ सिर्फ सैड पोस्ट ही दिखेंगे और अरिजीत सिंह के रोते हुए गाने ही सुनाई देंगे, राइट। तो और मन एवेदा हो जाता है, खराब हो जाता है, तो वो लूप च बंदा फंस जाता है कि हाँ यार ये इंस्टाग्राम पे पोस्ट मेरे मन की ही है, तो मैं और देखने लग जाता हूँ। प्लस हमारा अटेंशन स्पैन बहुत कम हो गया है सोशल मीडिया की वजह से। हमें हर 30 सेकंड में एक नई चीज देखने की आदत है, ਸਾਨੂੰ ਲੱਗਦਾ ਹੈ ਨਹੀਂ ਇਹ ਠੀਕ ਨਹੀਂ ਹੈ, ਚਲੋ ਸਕਰੋਲ ਕਰੋ, ਚਲੋ ਸਕਰੋਲ ਕਰੋ। ਤਾਂ ਜਿਹੜਾ ਡੋਪਾਮਾइन ओवरलोड ਹੋਇਆ ਹੈ, ਜਿਹੜਾ ਇਨਫੋਰਮੇਸ਼ਨ ओवरलोड ਹੋਇਆ ਹੈ, वो अपना ब्रेन प्रोसेस नहीं कर पाता, अपना ब्रेन इतनी इमोशंस हैंडल नहीं कर पाता, इतने स्टिमुलेशन हैंडल नहीं कर पाता। तो ये सारी चीजें ਜਿਹੜੀ है, पीयर प्रेशर, पेरेंटिंग, सोशल मीडिया और इंस्टेंट ग्रेटिफिकेशन ਜਿਹਨੂੰ ਆਪਾਂ ਕਹਿੰਦੇ, ਆਪਾਂ ਨੂੰ ਆਦਤ ਹੈ 10 ਮਿੰਟ ਚ ਡਿਲੀਵਰੀ ਚਾਹੀਦੀ ਹੈ। ਪਹਿਲਾਂ ਐਵੇਂ ਹੁੰਦਾ ਸੀ ਆਧਾ ਘੰਟਾ 1 ਘੰਟੇ ਬਾਅਦ ਡਿਲੀਵਰੀ ਆਊਗੀ, ਜਾਂ ਸਵੇਰੇ ਆਪਾਂ ਪੰਸਾਰੀ ਨੂੰ ਫੋਨ ਕਰਕੇ ਆਰਡਰ ਕਰਦੇ ਸੀ, ਸ਼ਾਮ ਨੂੰ ਉਹ ਡਿਲੀਵਰ ਕਰਦਾ ਸੀ, ਆਪਾਂ ਵੇਟ ਕਰਦੇ ਸੀ। ਬਿਲਕੁਲ ਪੇਸ਼ੈਂਸ ਸੀ, ਉਹ ਪੇਸ਼ੈਂਸ ਬਹੁਤ ਘਟ ਗਿਆ, ਰਾਈਟ। ਤਾਂ ਐਵੇਂ ਜੇ ਕਾਰਨ ਨੇ ਕਿ ਡਿਪਰੈਸ਼ਨ ਆਪਣੇ ਯੂਥ ਚ ਕਾਫੀ ਵਧਿਆ ਹੋਇਆ ਹੈ। ਕੀ ਡਾਕਟਰ ਸਾਹਿਬ ਇਸ ਦੇ ਕਾਰਨ ਇਕੱਲਾਪਨ ਵੀ ਮੰਨਿਆ ਜਾ ਸਕਦਾ ਹੈ ਕਿ ਕਈ ਲੋਕ ਨੇ? ਆਪਾਂ ਇਸ ਸਵਾਲ ਤੇ ਆਉਂਦੇ ਹਾਂ, ਇਸ ਤੇ ਡਿਸਕਸ਼ਨ ਕਰਾਂਗੇ। ਫਿਲਹਾਲ ਇੱਕ ਡਾਕਟਰ ਸਾਹਿਬ ਛੋਟੇ ਜਿਹੇ ਬ੍ਰੇਕ ਦੇ ਲਈ ਸਾਨੂੰ ਰੁਕਣਾ ਪੈਣਾ ਹੈ, ਫਿਰ ਹਾਜ਼ਰ ਹੋਣੇ ਆ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਸਾਡਾ ਮੁਸਲਸਲ ਜਾਰੀ ਹੈ ਤੇ ਚਰਚਾ ਵੀ ਅਸੀਂ ਬਾਦਸਤੂਰ ਜਾਰੀ ਰੱਖੀ ਹੋਈ ਹੈ। ਗੱਲਬਾਤ ਕਰ ਰਹੇ ਹਾਂ ਅੱਜ ਦੇ ਬਦਲਦੇ ਟ੍ਰੈਂਡ ਦੀ ਕਿ ਲੋਕ ਚਿੰਤਾ ਪਰੇਸ਼ਾਨੀ ਦੇ ਵਿੱਚ ਬਹੁਤ ਜ਼ਿਆਦਾ ਨੇ, ਖਾਸ ਕਰਕੇ ਯੰਗਸਟਰ। ਇੱਕ ਰਿਪੋਰਟ ਹੈ ਜਿਸ ਨੇ ਬਹੁਤ ਹੈਰਾਨ ਕੀਤਾ ਹੈ। 44 ਮੁਲਕਾਂ ਤੇ ਸਟੱਡੀ ਕੀਤੀ ਹੈ 2020 ਤੋਂ ਲੈ ਕੇ 2025 ਤੱਕ। ਬਹੁਤ ਸਾਰੇ ਲੋਕਾਂ ਤੇ ਰਿਸਰਚ ਕੀਤੀ ਗਈ ਹੈ। ਉਸ ਰਿਸਰਚ ਤੋਂ ਬਾਅਦ ਜੋ ਅੰਕੜੇ ਆਏ ਨੇ ਉਸਨੇ ਹੈਰਾਨ ਕਰ ਦਿੱਤਾ ਹੈ। ਅੰਕੜੇ ਇਹ ਨੇ ਕਿ ਬਜ਼ੁਰਗ ਖੁਸ਼ ਨੇ, ਨੌਜਵਾਨ ਉਦਾਸ ਨੇ, ਡਿਪਰੈਸ਼ਨ ਦੇ ਵਿੱਚ ਨੇ। ਸਾਡੇ ਨਾਲ ਡਾਕਟਰ ਯੂਸਫ ਕਾਲੇ ਲਗਾਤਾਰ ਡਿਸਕਸ਼ਨ ਦੇ ਵਿੱਚ ਜੁੜੇ ਹੋਏ ਨੇ, ਪੈਨਲ ਤੇ ਬਣੇ ਹੋਏ ਨੇ। ਮੈਂ ਇੱਕ ਵਾਰ ਫਿਰ ਤੋਂ ਉਹਨਾਂ ਦਾ ਰੁਖ ਕਰਾਂਗੇ। ਡਾਕਟਰ ਸਾਹਿਬ, ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਕੱਲਾਪਨ, ਇਕਲਾਪਾ ਵੀ ਡਿਪਰੈਸ਼ਨ ਦਾ, ਸਟ੍ਰੈਸ ਦਾ ਕਾਰਨ ਬਣਦਾ ਹੈ। ਯੈਸ, ਜਿਵੇਂ ਪਹਿਲਾਂ ਜੁਆਇੰਟ ਫੈਮਿਲੀਜ਼ ਚ ਆਪਾਂ ਰਹਿੰਦੇ ਸੀ, ਰਾਈਟ, ਤਾਂ ਕਿਸ ਨੂੰ ਬੋਰ ਹੋਣ ਦਾ ਮੌਕਾ ਨਹੀਂ ਸੀ, ਰਾਈਟ। ਆਪਾਂ ਚਾਚੇ ਤਾਏ ਨਾਲ ਗੱਲ ਕਰਦੇ ਸੀ,
ਜਾਂ ਫਿਰ ਆਪਣੇ ਜਿਹੜੇ ਕਜ਼ਨਸ ਜਿਹੜੇ ਹੁੰਦੇ ਸੀ ਜਾਂ ਭਾਈ ਬਹਿਨ ਹੁੰਦੇ ਸੀ, ਉਹਨਾਂ ਨਾਲ ਆਪਾਂ ਖੇਡ ਲਿਆ, ਗੱਲਾਂ ਬਾਤਾਂ ਕਰ ਲਈ, ਤਾਂ ਮਨ ਹਲਕਾ ਹੁੰਦਾ ਸੀ। ਹੁਣ ਕੀ ਹੋ ਰਿਹਾ, ਬਿਕਾਜ਼ ਨਿਊਕਲੀਅਰ ਫੈਮਿਲੀਜ਼ ਆ ਗਈ, ਪਲੱਸ ਆਪਾਂ ਮਾਡਰਨਾਈਜੇਸ਼ਨ की तरफ चले गए, राइट। ਤਾਂ ਕਰਕੇ ਹੁਣ ਆਪਾਂ ਫੈਮਿਲੀਜ਼ ਜਾਂ ਤਾਂ ਮਦਰ ਫਾਦਰ ਤੇ ਬੱਚਾ ਜਾਂ ਫਿਰ ਜਿਹੜਾ ਵਰਕਿੰਗ ਯੂਥ ਹੈ ਉਹ ਸ਼ਿਫਟ ਆਊਟ ਕਰ ਦਿੰਦਾ ਹੈ, ਜਾਂ ਤਾਂ ਬਾਹਰਲੇ ਮੁਲਕਾਂ ਚ ਜਾਂਦੇ ਹੈ ਜਾਂ ਫਿਰ ਬਾਹਰਲੇ ਜੈਸੇ ਕਰਨਾਟਕਾ, ਬੈਂਗਲੋਰ ਐਵੇਂ ਸ਼ਿਫਟ ਆਊਟ ਕਰਦੇ ਹੈ ਤਾਂ ਉੱਥੇ ਇਕੱਲੇ ਰਹਿੰਦੇ, ਰਾਈਟ। ਤਾਂ ਕੱਲਾਪਨ ਬਹੁਤ ਇੰਪੋर्टेंट फैक्टर होता है डिप्रेशन डेवलप ਕਰਨ ਦਾ, ਡਿਵੈਲਪ ਹੋਣ ਦਾ, ਬਿਕਾਜ਼ ਫਿਰ ਦੇਖੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਕੱਲਾਪਨ ਮਹਿਸੂਸ ਹੁੰਦਾ ਹੈ ਆਪਾਂ ਸੋਸ਼ਲ ਮੀਡੀਆ ਤੇ ਜਾਣਾ ਜਾਂ ਫਿਰ ਆਪਾਂ ਬਿੰਜ ਵਾਚਿੰਗ ਕਰਦੇ, ਆਪਾਂ ਸਕਰੀਨ ਟਾਈਮ ਵੱਧ ਤੋਂ ਵੱਧ ਕੰਜ਼ਿਊਮ ਕਰਨ ਦੀ ਕੋਸ਼ਿਸ਼ ਕਰਦੇ, ਰਾਈਟ। ਤਾਂ ਸਕਰੀਨ ਟਾਈਮ ਕਰਕੇ ਵੀ ਜਿਹੜਾ ਆਪਣੇ ਬ੍ਰੇਨ 'ਚ ਹੈਪੀ ਮੋਲੀਕਿਊਲ ਹੁੰਦਾ ਹੈ, हैप्पीनेस वास्ते ब्रेन से एक केमिकल जिन्हों आपा सीरोटोनिन या डोपामीन नाम दा भी होंदा, ये दोनों केमिकल्स इम्बैलेंस हो जाते ता करके भी ਆਪਾਂ ਨੂੰ डिप्रेशन होने ਦੇ ਚਾਂਸਸ ਵੱਧ ਹੋ ਜਾਂਦੇ। हाँ बिल्कुल डॉक्टर साहब, जिस तरह तुसीं दस्सिया कि इकल्लापन इसकी एक वड्डी जड़ इसनूं आख्या जा सकता है, क्योंकि अजकल वर्क फोर्स उस तरह का है, वर्किंग इन्वायरमेंट उस तरह का हो गया है, घरों तो बाहर जाना ही पैंदा है। पर दूसरा मेरा सवाल ये है कि रिलेशनशिप ब्रेकेज भी इसका एक कारण बनती है, चाहे अफेयर्स ਦੇ ਵਿੱਚ ਹੋਵੇ ਜਾਂ ਫਿਰ ਆਫਟਰ ਮੈਰਿਜ ਦਾ ਰਿਲੇਸ਼ਨਸ਼ਿਪ ਬ੍ਰੇਕ ਹੋ ਗਿਆ, ਜਾਂ ਮੈਰਿਜ ਤੋਂ ਬਾਅਦ ਡਿਵੋਰਸ ਦੀ ਵਜ੍ਹਾ ਹੋ ਗਈ, ਜਾਂ ਹਸਬੈਂਡ ਵਾਈਫ ਦੀ ਆਪਸ ਦੇ ਵਿੱਚ ਟਿਊਨਿੰਗ ਸੈੱਟ ਨਹੀਂ ਬੈਠ ਰਹੀ ਹੈ, ਉਹਨਾਂ ਦੇ ਵਿਊਜ਼ ਬਿਲਕੁਲ ਡਿਫਰੈਂਟ ਨੇ। ਕੀ ਇਹ ਇੱਕ ਵੱਡਾ ਕਾਰਨ ਇਸ ਨੂੰ ਮੰਨਿਆ ਜਾ ਸਕਦਾ ਹੈ ਕਿ ਡਿਪਰੈਸ਼ਨ ਦਾ, ਸਟ੍ਰੈਸ ਦਾ ਇੱਕ ਇਹ ਵੀ ਕਾਰਨ ਹੈ, ਔਰ ਇਹ ਫਿਜ਼ੀਕਲ ਹੈਲਥ ਤੇ ਅਸਰ ਕਿਵੇਂ ਪਾਉਂਦੀਆਂ ਨੇ ਚੀਜ਼ਾਂ? ਰਾਈਟ, ਪਹਿਲੀ ਚੀਜ਼ ਦਾ ਰਿਲੇਸ਼ਨਸ਼ਿਪਸ ਦਾ ਡਾਇਨਾਮਿਕਸ ਜਿਹੜਾ ਹੈ पहले तो हुण काफी चेंज हो गया, राइट। आज दे दौर च इट इज वेरी इजी फॉर यू टू गेट अ पार्टनर, है ना। जिवे टिंडर है या ट्रूली मैडली है, एवें दे डेटिंग्स ऐप आए हुए हैं जेडे च ਤੁਹਾਨੂੰ सीरियस रिलेशनशिप ਦੀ ਲੋੜ ਨਹੀਂ, ਤੁਸੀਂ टाइम पास कर सकते हो। सिंपल अगर लेमन लैंग्वेज में अगर मैं कहूँ तो बिकॉज वो रिलेशनशिप च डेप्थ नहीं है, रिलेशनशिप च इमोशनल कनेक्ट नहीं है, राइट। ਤਾਂ ਕਰਕੇ ਤੁਸੀਂ ਉਹ ਜਿਹੜਾ ਹੈਪੀਨੈਸ, ਵਾਰਮਥ, ਸਪੋਰਟ, ਪੀਸ ਤੁਹਾਨੂੰ ਇੱਕ ਰਿਲੇਸ਼ਨਸ਼ਿਪ ਚ ਚਾਹੀਦਾ ਹੈ, ਉਹ ਤੁਹਾਨੂੰ ਨਹੀਂ ਮਿਲ ਪਾਉਂਦਾ, ਰਾਈਟ। ਤਾਂ ਕਰਕੇ ਫਿਰ ਜਦੋਂ ਵੀ ਬ੍ਰੇਕਅਪ ਹੋ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ बहुत इंपॉर्टेंट पार्ट मेरे लाइफ ਚ चला गया, या फिर ब्रेकअप होने की एक इंपॉर्टेंट वजह ਇਹ ਵੀ ਹੁੰਦੀ ਹੈ ਕਿ ਇੱਕ ਰਿਲੇਸ਼ਨਸ਼ਿਪ ਚ ਤੁਸੀਂ ਬੋਰ ਹੋ ਜਾਂਦੇ ਹੋ ਤਾਂ ਤੁਹਾਡੇ ਕੋਲ ਆਪਸ਼ਨਸ ਬਹੁਤ ਹੁੰਦੇ ਆ ਬਿਕਾਜ਼ ਆਫ ਸੋਸ਼ਲ ਮੀਡੀਆ ਜਾਂ ਡੇਟਿੰਗ ਐਪਸ। ਤਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੇ ਰਿਲੇਸ਼ਨਸ਼ਿਪ ਚ ਮੈਂ ਹਾਂ ਉਹਦੇ ਤੋਂ ਵਧੀਆ ਮੈਨੂੰ ਕੋਈ ਮਿਲ ਸਕਦਾ ਹੈ, ਬਿਲਕੁਲ। ਚਾਹੇ ਤੁਸੀਂ ਡੇਟਿੰਗ ਕਰ ਰਹੇ ਹੋ ਜਾਂ ਤੁਸੀਂ ਮੈਰਿਜ, मतलब डिससैटिस्फैक्शन ऑफ रिलेशनशिप भी हो गया। यस बिकॉज वो रिलेशनशिप से बंदा बोर हो गया, ਉਹਨੂੰ ਲੱਗਦਾ ਹੈ ਕਿ ਹੁਣ ਮੈਨੂੰ ਕੋਈ ਬੈਟਰ ਮਿਲ ਜਾਊਗਾ, ਤਾਂ ਕਰਕੇ ਉਹ ਰਿਲੇਸ਼ਨਸ਼ਿਪ ਖੋਜਦਾ ਰਹਿੰਦਾ ਹੈ। ਉਹਨੂੰ ਲੱਗਦਾ ਹੈ ਇਸ ਰਿਲੇਸ਼ਨਸ਼ਿਪ ਚ ਮੈਨੂੰ ਹੈਪੀਨੈਸ ਨਹੀਂ ਹੈ, ਰਾਈਟ। ਤਾਂ ਬਿਕॉज ਆਫ ਐਜ਼ ਯੂ ਸੈਡ ਡਿਸਸੈਟੀਸਫੈਕਸ਼ਨ ਉਹਨਾਂ ਨੂੰ ਡਿਪਰੈਸ਼ਨ ਹੋਣ ਦੇ ਚਾਂਸਸ ਹੋ ਜਾਂਦੇ ਹਨ। ਹਾਂਜੀ ਜੀ, ਜੇਕਰ ਆਪਾਂ ਮੈਰਿਡ ਕਪਲਸ ਦੀ ਗੱਲ ਕਰੀਏ ਤਾਂ ਮੋਸਟਲੀ ਆਪਾਂ ਦੇਖਦੇ ਹਾਂ ਕਿ ਜੋ ਮੈਰਿਡ ਕਪਲਸ ਨੇ ਅੱਜ ਦੇ ਇਰਾ ਦੇ ਵਿੱਚ ਡਿਵੋਰਸ ਰੇਟ ਹੈ ਜਿਹੜਾ ਬਹੁਤ ਵੱਧ ਗਿਆ ਹੈ। ਔਰ ਜਦੋਂ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਆਪਾਂ ਇਸ ਇਸ਼ੂ ਤੇ ਗੱਲ ਕਰੀਏ ਤਾਂ ਉਹ ਕਹਿ ਦਿੰਦੇ ਨੇ ਕਿ ਸਾਡੀ ਲਾਈਫ ਦੇ ਵਿੱਚ ਸਕੂਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ, ਅਸੀਂ ਕਈ ਸਾਲਾਂ ਤੋਂ ਇਕੱਠੇ ਹਾਂ ਪਰ ਸਾਡੀ ਬਣਦੀ ਨਹੀਂ ਹੈ, ਸਾਨੂੰ ਸਟ੍ਰੈਸ ਰਹਿੰਦਾ ਹੈ ਇਸ ਚੀਜ਼ ਦਾ ਕਿ ਹੁਣੇ ਲੜਾਈ ਹੋਈ, ਹੁਣੇ ਝਗੜਾ ਹੋਇਆ। ਔਰ मैरिड लाइफ ਦੇ ਵਿੱਚ ਅਜਿਹੀਆਂ ਚੀਜ਼ਾਂ ਅਗਲੀ ਜਨਰੇਸ਼ਨ ਤੇ ਵੀ ਬਹੁਤ ਅਸਰ ਪਾਉਂਦੀਆਂ ਨੇ ਫਿਰ। यस, इसमें कंपैटिबिलिटी का बहुत इंपॉर्टेंट रोल है, राइट। कंपैटिबिलिटी ਦਾ ਮਤਲਬ ਹੁੰਦਾ ਹੈ ਹਸਬੈਂਡ ਤੇ ਵਾਈਫ ਦੀ ਬੰਦੀ ਕਿਵੇਂ ਦੀ, ਰਾਈਟ। ਆਪਾਂ ਜਸਟ ਅਰੇਂਜ ਮੈਰਿਜ ਚ ਇਹ ਦੇਖਦੇ ਆ ਕਿ ਲੜਕਾ या लड़की पढ़े लिखे कितने हैं या उनकी जायदाद कितनी है, राइट। कोई ये नहीं सोचता कि उनकी पर्सनालिटी कंपैटिबल है कि नहीं, उनका इंटेलेक्चुअल कंपैटिबिलिटी है कि नहीं है, उनकी इमोशनल कंपैटिबिलिटी है कि नहीं, राइट।
और उनकी फाइनेंशियल कंपैटिबिलिटी है कि नहीं है। इन शॉर्ट, उन दोनों की मैच्योरिटी लेवल कितनी है, राइट। ये मुझे लगता है शादी से पहले, कुंडली मैच करने के पहले कंपैटिबिलिटी मैच करना बहुत जरूरी है। बिल्कुल। जो डिस्कशंस ਹੁੰਦੀ ਆ ਮੈਰਿਜ ਤੋਂ ਪਹਿਲਾਂ, ਉਹ ਇਸ ਕੰਪੈਟੀਬਿਲਿਟੀ ਤੇ ਹੋਣ ਦੀ ਬਹੁਤ ਲੋੜ ਹੈ, ਰਾਈਟ। ਔਰ ਜਦੋਂ ਤੁਸੀਂ ਕੰਪੈਟੀਬਲ ਨਹੀਂ ਹੁੰਦੇ ਹੋ, ਜਿਵੇਂ ਮੈਂ ਕਿਹਾ ਪਹਿਲਾਂ ਵੀ, ਕਿ ਬਿਕਾਜ਼ ਹਮੇ ਪੇਸ਼ੈਂਸ ਨਹੀਂ ਹੈ, ਵੀ ਵਾਂਟ ਇਨਸਟੈਂਟ ਗ੍ਰੈਟੀਫਿਕੇਸ਼ਨ, ਤਾਂ ਕਰਕੇ ਮੈਨੂੰ ਐਵੇਂ ਲੱਗਦਾ ਹੈ ਕਿ ਚਲੋ ਇਹ ਜਿਹੜਾ ਪਾਰਟਨਰ ਹੈ ਮੇਰੇ ਨਾਲ ਕੰਪੈਟੀਬਲ ਹੀ ਨਹੀਂ ਹੈ, ਬਿਲकुल, राइट। तो जब कंपैटिबल नहीं है तो फिर वो डिससैटिस्फैक्शन, सॉरी, वो होले 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 बढ़ता जाता है। एंड बिकॉज ऑफ दैट डिस्टेंस आ जाता है, एंड डिस्टेंस आने तो बाद वो डिवोर्स होना आसान हो गया है, ये कह सकते हो। लोगों च एक्सेप्टेबिलिटी आ गई है कि हाँ चलो डिवोर्स करके आप आगे बढ़ सकते हैं। इट इज आई थिंक, अगर आप कंपैटिबल नहीं हो, आपने कपल्स थेरेपी लेके देखी है एंड आपकी कपल्स थेरेपी नहीं बन रही है, आपकी कंपैटिबिलिटी नहीं बन रही है, तो डिवोर्स एक अच्छा ऑप्शन माना भी जाता है हमारी तरफ से। एज साइकेट्रिस्ट हम जैसे काउंसिल करते हैं, कोशिश करते हैं कि वो रिलेशनशिप को हम कैसे इकट्ठा ला सके, कंपैटिबिलिटी कैसे हम बढ़ा सके। पर अगर बिल्कुल ही कंपैटिबल नहीं है तो इट इज ऑलवेज बेटर टू पार्ट योर वेज। ਡਾਕਟਰ ਸਾਹਿਬ, ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਹੋਣੇ ਨੇ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਹਾਂ ਜੀ, ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ। ਕਈ ਵਾਰ ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਬੈਡ ਥਾਟਸ ਆਉਂਦੇ ਨੇ, ਔਰ ਉਹ ਸੁਸਾਈਡ ਤੱਕ ਵੀ ਬੈਡ ਥਾਟਸ ਨੇ ਜਿਹੜੇ ਉਹ ਚਲੇ ਜਾਂਦੇ ਨੇ। ਔਰ ਕਿਹੜੇ ਲੋਕ ਨੇ ਜਿਹੜੇ ਵੱਧ ਗਿਣਤੀ ਦੇ ਵਿੱਚ ਆਉਂਦੇ ਨੇ ਤੁਹਾਡੇ ਕੋਲੇ? ਅਨਮੈਰਿਡ ਕਪਲਸ, ਯੰਗ ਏਜ ਦੇ, ਜਾਂ ਫਿਰ ਆਪਾਂ ਕਿ ਟੀਨ ਏਜ ਆਉਂਦੇ ਨੇ, ਜਾਂ ਫਿਰ ਮੈਰਿਡ ਕਪਲ ਤੁਹਾਡੇ ਕੋਲੇ ਜ਼ਿਆਦਾ ਆਉਂਦੇ ਨੇ, ਜਾਂ ਮੈਰਿਡ ਉਹ ਲੋਕ ਨੇ ਜਿਹੜੇ ਵੱਖਰੇ ਹੋ ਚੁੱਕੇ ਨੇ? ਮੇਰੇ ਕੋਲ ਤਾਂ ਯੰਗ ਪੋਪੂਲੇਸ਼ਨ ਬਹੁਤ ਆਉਂਦਾ ਹੈ। ਜਿਵੇਂ ਕਿ ਮੈਂ ਐਜ਼ ਅ ਕੰਸਲਟੈਂਟ ਸਾਈਕੈਟਰਿਸਟ ਪਟਿਆਲਾ ਦੇ ਵਿੱਚ ਸਥਿਤ ਵਰਧਮਾਨ ਮਹਾਵੀਰ ਹਸਪੀਟਲ ਚ ਓਪੀਡੀ ਕਰਦਾ, ਉੱਥੇ ਯੰਗ ਕਪਲਸ ਬਹੁਤ ਆਉਂਦੇ, ਰਾਈਟ। ਯੰਗ ਐਜ਼ ਇਨ ਅਨਮੈਰਿਡ कपल्स बहुत आते हैं, राइट। बिकॉज ये है कि यंग लोगों में वो एक एनर्जी होती है, राइट। तो बिकॉज ऑफ एनर्जी, राइट, दे वांट अ लॉट ऑफ थिंग्स टू हैपन इन देयर लाइफ। ਉਹਨਾਂ ਦੀ ਲਾਈਫ 'ਚ ਬਹੁਤ ਸਾਰੀ ਚੀਜ਼ਾਂ ਉਹਨਾਂ ਨੂੰ ਲੱਗਦਾ ਹੈ ਕਿ ਹੋਣੀ ਚਾਹੀਦੀ ਹੈ ਰਿਲੇਸ਼ਨਸ਼ਿਪ 'ਚ। ਜਿਵੇਂ ਕਿ ਗਿਫਟ ਦੇਣਾ ਹੋ ਗਿਆ, ਕਿਤੇ ਘੁੰਮਣ ਫਿਰਨ ਦਾ ਹੋ ਗਿਆ, ਰਾਈਟ। ਇਹ ਚੀਜ਼ਾਂ ਲੋਕ ਬਾਲਦੇ ਨੇ, ਰਾਈਟ। ਤਾਂ ਉਹ ਅਗਰ ਨਹੀਂ ਮਿਲਦੇ ਤਾਂ ਛੋਟੀ ਛੋਟੀ ਚੀਜ਼ਾਂ ਤੇ ਨੋਕ ਝੋਕ ਹੋ ਜਾਂਦੀ ਹੈ, ਰਾਈਟ। ਐਂਡ ਬਿਕਾਜ਼ ਆਫ दैट ਅਗਰ उनका मैटर बढ़ गया, अगर मैटर ਉਹਨਾਂ ਦਾ ਵੱਧ ਹੁੰਦਾ ਜਾਂਦਾ ਹੈ, ਤਾਂ ਫਿਰ ਅਗੇਨ ਰਿਲੇਸ਼ਨਸ਼ਿਪ ਚ ਡਿਸਸੈਟੀਸਫੈਕਸ਼ਨ ਹੋ ਜਾਂਦੀ ਹੈ। ਅਗੇਨ ਐਜ਼ ਆਈ ਸੈਡ ਇਨੀਸ਼ੀਅਲੀ ਕਿ ਕੰਪੈਰੀਜ਼ਨ ਹੁੰਦਾ ਹੈ ਕਿ ਮੈਂ ਜਿਸ ਕੁੜੀ ਨਾਲ ਹਾਂ, ਉਹ ਕੁੜੀ ਤੋਂ ਸੋਨੀ ਮੈਨੂੰ ਕੋਈ ਤਾਂ ਦਿਖ ਜੋਗੀ। ਮੈਨੂੰ ਲੱਗਦਾ है कि अरे वो तो इस तो वधिया है, मुझे वो मिल जाए। या फिर मैं अपने फ्रेंड ਨੂੰ ਦੇਖਦਾ, वो अपनी गर्लफ्रेंड ਨਾਲ ਕਿੰਨਾ ਖੁਸ਼ ਹੈ, ਮੈਂ ਖੁਸ਼ ਨਹੀਂ ਆ, ਫਿਰ ਮੈਂ ਉਹਨੂੰ ਟੋਕਦਾ ਕਿਸੇ ਚੀਜ਼ ਲਈ, ਰਾਈਟ। ਤਾਂ ਐਵੇਂ ਦੀਆਂ ਚੀਜ਼ਾਂ ਸਟਾਰਟ ਹੋ ਜਾਂਦੀਆਂ। ਤਾਂ small things matter a lot in a relationship, and these things can lead to depression, dissatisfaction can lead to depression, arguments। ये नहीं है किसी भी रिलेशनशिप में कि आप प्यार कितना करते हो, बिल्कुल। व्हाट इज मोर इम्पोर्टेंट है, जब भी आप लोगों में डिसआर्गूमेंट होता है ਤਾਂ ਤੁਸੀਂ ਇੱਕ ਦੂਸਰੇ ਦੀ ਰਿਸਪੈਕਟ ਕਿੰਨੀ ਕਰਦੇ ਹੋ, ਔਰ ਤੁਸੀਂ ਇਹਨੂੰ ਰਿਜ਼ੋਲਵ ਕਿਵੇਂ ਕਰਦੇ ਹੋ, ਔਰ ਕਿੰਨੀ ਛੇਤੀ ਕਰਦੇ ਹੋ, ਔਰ ਕਿੰਨੀ ਮੈਚੁਰਿਟੀ ਨਾਲ ਕਰਦੇ ਹੋ। ਕੀ ਤੁਸੀਂ ਜਦ ਕੋਈ ਡਿਸਆਰਗੂਮੈਂਟ ਹੋ ਜਾਂਦਾ ਹੈ, ਜਿਵੇਂ ਝਗੜਾ ਹੋ ਜਾਂਦਾ ਹੈ, ਕੀ ਤੁਸੀਂ ਉਹਨੂੰ ਸਾਈਡ 'ਚ ਦਬਾ ਦਿੰਦੇ ਹੋ, ਕੋਈ ਨਾ ਠੀਕ ਹੈ ਸਾਰਾ ਕੁਝ, ਕਿ ਤੁਸੀਂ ਇੱਕ ਮੈਚੁਰ ਡਿਸਕਸ਼ਨ ਕਰਦੇ ਹੋ ਆਪਣੇ ਪਾਰਟਨਰ ਨਾਲ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ, ਬਿਕਾਜ਼ ਅਗਰ ਤੁਸੀਂ ਦਬਾਉਂਦੇ ਹੋ ਇਸ ਚੀਜ਼ ਨੂੰ, ਚਲ ਕੋਈ ਨਾ ਨੋਕ ਝੋਕ ਹੋਗੀ, ਕੋਈ ਨਾ ਆਪਾਂ ਹਸਬੈਂਡ ਵਾਈਫ ਹੈ, ਨਾਲ ਹੀ ਰਹਿਣਾ ਹੈ, ਚਲ ਕੋਈ ਨਾ, ਤਾਂ ਤੁਸੀਂ ਕੰਟੀਨਿਊਸ ਐਵੇਂ ਦੀ ਚੀਜ਼ਾਂ ਕਰਦੇ ਰਹੋਗੇ ਤਾਂ ਉਹ ਦਿਲ 'ਚ ਚੀਜ਼ਾਂ ਬੈਠਤੀ ਜਾਣਗੀ। ਉਹ ਲੋਡ ਜਿਹੜਾ ਹੈ, ਜਿਹਨੂੰ ਆਪਾਂ ਸਬਕੌਂਸ਼ੀਅਸ ਮਾਈਂਡ ਕਹਿੰਦੇ ਹਾਂ, ਸਬਕੌਂਸ਼ੀਅਸ ਮਾਈਂਡ 'ਚ ਬਹੁਤ ਜ਼ਿਆਦਾ ਹੈਵੀਨੈਸ ਹੋ ਜਾਊਗਾ, ਐਂਡ that can also be one of the reasons of frustration, depression, anxiety, loss of work efficiency।
ਬਿਲਕੁਲ ਹਾਂ ਬਿਲਕੁਲ ਡਾਕਟਰ ਸਾਹਿਬ ਤੁਸੀਂ ਸਹੀ ਕਿਹਾ। ਅਸੀਂ ਕੁਝ ਹੋਰ ਚੀਜ਼ਾਂ ਵੀ ਡਿਸਕਸ ਕਰਾਂਗੇ ਕਿਉਂਕਿ ਹੁਣ ਜਿਹੜਾ ਸਮਾਂ ਹੈ ਸਾਨੂੰ ਥੋੜੇ ਸਮੇਂ ਲਈ ਬ੍ਰੇਕ ਦੇ ਲਈ ਰੁਕਣਾ ਪੈਣਾ ਹੈ ਔਰ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਇਹਨਾਂ ਚੀਜ਼ਾਂ ਤੇ ਵਾਪਸ ਆਉਨੇ ਆ। ਤਾਂ ਡਿਪਰੈਸ਼ਨ ਤੇ ਅਸੀਂ ਗੱਲ ਕਰ ਰਹੇ ਹਾਂ, ਚਿੰਤਾ ਤੇ ਅਸੀਂ ਗੱਲ ਕਰ ਰਹੇ ਹਾਂ, ਉਦਾਸੀ ਤੇ ਗੱਲ ਕਰ ਰਹੇ ਹਾਂ, ਜਿਨ੍ਹਾਂ ਤੋਂ ਅੱਜ ਯੂਥ ਬਹੁਤ ਪੀੜਤ ਹੈ। ਇੱਕ ਬ੍ਰੇਕ ਤੇ ਲਈ ਰੁਕਾਂਗੇ, ਹਾਜ਼ਰ ਹੋਨੇ ਆ। ब्रेक तो बाद एक बार फिर तो तुहाडा स्वागत है। लगातार असी गलबात कर रहे हैं एक बहुत ही इंपोर्टेंट सवाल ते, उस मसले ते जिस तो अज दी नौजवान पीढ़ी पीड़ित है। वो है डिप्रैशन, वो है स्ट्रैस, वो है वीक मैंटल हैल्थ। अजिहा क्यों है? इसका पता किवें चलदा है कि असी उस स्टेट ऑफ माइंड दे विच हां, असी बेहद उदास हाँ, असी डिप्रैशन दे विच हां, ਅਸੀਂ ਸਟ੍ਰੈਸ ਦੇ ਵਿੱਚ ਹਾਂ। ਇਸ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ? ਸਾਡੇ ਨਾਲ ਡਾਕਟਰ ਯੂਸਫ ਕਾਲੇ ਲਗਾਤਾਰ ਜੁੜੇ ਹੋਏ ਨੇ। ਗੱਲਬਾਤ ਉਹਨਾਂ ਦੇ ਨਾਲ ਫਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਬ੍ਰੇਕੇਜ ਆਫ ਰਿਲੇਸ਼ਨਸ਼ਿਪ ਨੂੰ ਲੈ ਕੇ, ਅਸੀਂ ਮੈਰਿਡ ਕਪਲਸ ਦੀ ਵੀ ਗੱਲ ਕੀਤੀ, ਅਸੀਂ ਯੰਗਸਟਰਸ ਦੀ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਉਹ ਸਟ੍ਰੈਸ ਦੇ ਵਿੱਚ ਰਹਿੰਦੇ ਨੇ, ਮੈਂਟਲ ਹੈਲਥ ਵੀਕ ਹੋ ਜਾਂਦੀ ਹੈ। ਅਸੀਂ ਜਿਸ ਸਟੱਡੀ ਦੀ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ, ਉਸਨੇ ਬਹੁਤ ਹੈਰਾਨ ਕੀਤਾ ਹੈ कि नौजवान तो उदास ने, साडे यंगस्टर्स जिहड़े हैगे ने, जिहड़े 40 साल तक जो लोग आउंदे ने, उन्हां नूं उदास पाया गया है, स्ट्रैस दे विच पाया गया है, अंडर डिप्रैशन पाया गया है। और जिहड़े बजुर्ग ने ओवर 60, ओवर 65, ओवर 50, वो हैप्पी ने। ये इन्ना वखरेवा क्यों आ? क्योंकि पहलां दीयां जो रिपोर्ट्स असीं पढ़ियां ने उस दे विच सी कि बजुर्ग उदास रहिंदे सी ज़्यादा। ओके, तो बेसिक ਇਹ ਸਟੱਡੀ 'ਚ ਇਹ ਪਾਇਆ ਗਿਆ ਹੈ ਕਿ ਜਿਹੜੇ ਯੂਥ ਨੇ ਉਹਨਾਂ ਦਾ ਇਨਸੀਡੈਂਸ बढ़ ਗਿਆ ਹੈ। ਇਨਸੀਡੈਂਸ ਮਤਲਬ डिप्रेशन होने ਦੇ ਚਾਂਸਸ ਐਜ਼ ਕੰਪੇਅਰ ਟੂ ਪਹਿਲਾ ਉਹ बढ़ गए हैं, राइट। और ਜਿਹੜੇ ओवर 50 या 60 पॉपुलेशन है, राइट, उनमें इतना इंसिडेंस नहीं है एज कंपेयर टू द यंग पॉपुलेशन। ठीक है, तो ये कंक्लूजन ऐसे आता है कि ये पॉपुलेशन इस कंपैरिजन में थोड़ा हैप्पी है, राइट। तो जेड़ा यूथ है वो बहुत ज्यादा इन्फ्लुएंस हो रहा है आज चीजों की लेके, आसपास की चीजों को लेके, राइट। और जो ओल्ड पॉपुलेशन है वो आज भी अगर आप देखोगे तो वही जिंदगी जी रहे हैं जो वो पहले जी रहे थे। जैसे मोबाइल फोन वो ज्यादा यूज नहीं करते, स्क्रीन एक्सपोजर उन्हां दा इन्ना ज्यादा नहीं है, राइट। वो सोशल मीडिया ते नहीं है, तो वो कंपेयर खुद नू करदे नहीं है, राइट। उन्हां दी हैप्पीनेस की हुंदी है? वीडियो कॉल अपने बच्चों नाल हो गया, राइट, बच्चों के साथ वीडियो कॉल हो गया या फिर उनसे गलबात हो गई, उसी में वो खुश है, राइट। तो द पैरामीटर्स ऑफ हैप्पीनेस जो एल्डर पॉपुलेशन है उनमें अलग है एज कंपेयर टू द पैरामीटर्स ऑफ यूथ। यूथ को हैप्पी रहने के लिए बहुत चीजें चाहिए। वो एल्डर पॉपुलेशन को हैप्पी रहने के लिए बेसिक चीजें दे दो, उनको इमोशनल सपोर्ट दे दो, उनके साथ वीडियो कॉल पे बात कर लो, उनका हाल चाल पूछ लो, उनको अच्छे से रख लो, हेल्थ फैसिलिटीज उनको दे दो, राइट। पर यूथ जो है सिर्फ उनको तो ये बेसिक लगता है, जबकि ये बेसिक सबसे ज्यादा इंपॉर्टेंट है, पर उनको ये बेसिक लगता है। उनको इससे ज्यादा चाहिए, उनको लग्जरी चाहिए, उनको बड़े गाड़ियां चाहिए, बड़े फ्लैट्स चाहिए, रिलेशनशिप एकदम फ्लैशी चाहिए, गर्लफ्रेंड बहुत सुंदर होनी चाहिए, बॉयफ्रेंड बहुत स्मार्ट होना चाहिए, या हस्बैंड बहुत अमीर होना चाहिए, राइट। तो पैरामीटर्स ऑफ हैप्पीनेस बहुत ज्यादा है यूथ में, एंड वी कांट बी आइडियल इन एवरी सिचुएशन, राइट। शायद मैं अमीर हूं तो मैं अगली हो सकता हूँ, ठीक है, या फिर मैं हैंडसम हूं तो शायद मैं इतना अमीर नहीं हो सकता। तो कहीं ना कहीं वो एडजस्टमेंट मुझे करने की जरूरत है जो यूथ नहीं कर पा रहा है, क्योंकि वो हमेशा कंपैरिजन एंजाइटी में रहता है, ऐसे लगा, और बहुत ज्यादा इन्फ्लुएंस हो रहा है चीजों को लेके, और इस वजह से मेरा फिजिकल हेल्थ भी अफेक्ट हो रहा है, राइट। मेरे फिजिकल हेल्थ को मैं टॉर्चर करी जा रहा हूँ पैड डाइटिंग में, क्रैश डाइटिंग में। क्यों? क्योंकि मैंने सुंदर दिखना है। हर औरत को ऐसा है कि मुझे पतला दिखना है या मुझे शेप में दिखना है, ठीक है। उसके लिए वो बहुत सारी कोशिशें करते हैं, बहुत सारे एफर्ट्स लेते हैं, और मैं अगर नहीं कर पाया, मैं हर दिन
वो वेइंग स्केल पे चढ़ा रहता हूँ, ठीक है, जिम से आ गया, मैंने लगता है कि मेरा 1 किलो घट जाना चाहिए, मेरा 2 किलो घट जाना चाहिए, पर असल च घटदा 300 ग्राम, तो मैं सैड हो जाना क्योंकि मैंने रिजल्ट्स क्विक चाहिए। तो पैरामीटर्स ऑफ हैप्पीनेस एज कंपेयर टू ओल्डर पॉपुलेशन बहुत ऑन करके डिप्रेशन द प्रिवेलेंस ਜਿਹੜਾ ਹੈ, ਜਿਹੜਾ ਇਨਸੀਡੈਂਸ ਹੈ, ਉਹ ਯੰਗ ਪੋਪੂਲੇਸ਼ਨ ਚ ਵੱਧ ਪਾਇਆ ਗਿਆ ਹੈ। ਜੇਕਰ ਆਪਾਂ ਇਹ ਗੱਲ ਕਰੀਏ ਕਿ ਕਈ ਵਾਰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਸਟ੍ਰੈਸ ਦੇ ਵਿੱਚ ਹਾਂ ਜਾਂ ਅਸੀਂ ਡਿਪਰੈਸ਼ਨ ਦੇ ਵਿੱਚ ਹਾਂ, ਔਰ ਇਹਨਾਂ ਦੇ ਕੋਈ ਲੱਛਣ ਵੀ ਪਤਾ ਚੱਲਦਾ ਨਹੀਂ ਕਿ ਸਾਡੀ ਫਿਜ਼ੀਕਲ ਹੈਲਥ 'ਤੇ ਕਿਸੇ ਤਰ੍ਹਾਂ ਦਾ ਅਸਰ ਪਿਆ, ਸਾਡੀ ਸਕਿਨ 'ਤੇ ਅਸਰ ਪਿਆ, ਸਾਡੀ ਸ਼ਕਲ 'ਤੇ ਅਸਰ ਪਿਆ। ਕਈ ਵਾਰ ਤਾਂ ਅਸੀਂ ਦੇਖੇ ਕਹਿ ਦਿੰਦੇ ਕਿ ਅੱਜ ਤੂੰ ਬੜਾ ਉਦਾਸ ਲੱਗਦਾ ਹੈ ਜਾਂ ਬੜੀ ਉਦਾਸ ਲੱਗਦੀ ਹੈ, ਕਈ ਵਾਰ ਸਾਹਮਣੇ ਵਾਲਾ ਸਾਨੂੰ ਕਹਿ ਦਿੰਦਾ, ਬਟ ਅਸੀਂ ਅੰਦਰ ਕਿਸ ਚੀਜ਼ ਤੋਂ ਜੂਝ ਰਹੇ ਹਾਂ ਸਾਨੂੰ ਖੁਦ ਨੂੰ ਵੀ ਸਮਝ ਨਹੀਂ ਆਉਂਦੀ ਹੁੰਦੀ। ਸੈਲਫ ਐਗਜ਼ਾਮੀਨੇਸ਼ਨ ਇਸ ਚੀਜ਼ ਦਾ ਕਿਵੇਂ ਕੀਤਾ ਜਾ ਸਕਦਾ ਹੈ ਕਿ ਅਸੀਂ ਸਟ੍ਰੈਸ ਦੇ ਵਿੱਚ ਹਾਂ ਜਾਂ ਅਸੀਂ ਅੰਡਰ ਡਿਪਰੈਸ਼ਨ ਚ ਆ ਰਹੇ ਹਾਂ? ओके, क्लिनिकल डिप्रेशन एक अलग चीज है एज कंपेयर टू डेली का अपना मूड फ्लक्चुएशंस, राइट। जैसे कि हम देखते हैं कि आज शायद मैं बहुत हैप्पी रहूंगा, ठीक है, कल मान लो सवेरे सवेरे किसी पेशेंट ने मुझे आके कुछ बोल दी, या फिर मेरा बॉस आके मैंने कहता है कि तू बकवास एम्प्लॉई है, राइट, या फिर सवेरे सवेरे मेरी वाइफ नाल लड़ाई हो जाती या हस्बैंड नाल लड़ाई हो जाती, उस दिन मैं सैड सैड सा रहना, राइट। दैट इज नॉट क्लिनिकल डिप्रेशन, राइट। क्लिनिकल डिप्रेशन मतलब ਤੁਹਾਡਾ मूड ਜਿਹੜਾ ਹੈ ਉਹ लो ਰਹਿੰਦਾ ਹੈ ओवर घर पर्सनल स्पेस ਚ ਵੀ, ਤੁਹਾਡੇ ਪ੍ਰੋਫੈਸ਼ਨਲ ਜਗ੍ਹਾ ਤੇ ਵੀ, ਰਾਈਟ, ਤੁਹਾਡੇ ਸੋਸ਼ਲ ਸਰਕਲ ਚ ਤੁਹਾਡੀ ਵਰਕ ਐਫੀਸ਼ੀਐਂਸੀ ਘਟ ਜਾਂਦੀ ਹੈ। ਅਗਰ ਤੁਹਾਨੂੰ ਇਹ ਲੱਛਣ ਓਵਰ ਦਾ ਪੀਰੀਅਡ ਆਫ 7 ਡੇਜ਼ ਔਰ ਮੋਰ ਦਿਖਦੇ ਆ, ਤਾਂ ਆਪਾਂ ਕਹਿ ਸਕਦੇ ਹਾਂ ਕਿ ਡਿਪਰੈਸ਼ਨ ਹੋ ਰਿਹਾ ਹੈ, ਰਾਈਟ। ਤਾਂ ਤੁਸੀਂ ਮੂਡ ਫਲਕਚੁਏਸ਼ਨਸ ਨੂੰ ਜਿਵੇਂ ਆਪਾਂ ਲੂਜ਼ ਟਰਮ ਚ ਡਿਪਰੈਸ਼ਨ ਕਹਿੰਦੇ ਆ, ਮੈਂ ਤਾਂ ਬਹੁਤ ਡਿਪਰੈਸਡ ਹਾਂ, that is just mood fluctuation, that is not clinical depression। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਸੈਲਫ ਐਗਜ਼ਾਮਿਨ ਕਿਵੇਂ ਕਰੀਏ, ਤਾਂ ਇਹ ਜਿਹੜੇ ਪੈਰਾਮੀਟਰਸ ਮੈਂ ਦੱਸੇ ਨੇ ਉਹਨੂੰ ਆਪਾਂ ਐਗਜ਼ਾਮਿਨ ਕਰੀਏ ਖੁਦ, ਔਰ ਤੁਹਾਨੂੰ ਅਗਰ ਲੱਗਦਾ ਹੈ ਕਿ ਮੇਰੀ ਵਰਕ ਐਫੀਸ਼ੀਐਂਸੀ ਘਟ ਰਹੀ ਹੈ, ਮੈਂ ਆਪਣੇ ਫੈਮਿਲੀ ਨੂੰ ਟਾਈਮ ਨਹੀਂ ਦੇ ਪਾ ਰਹਾ, ਜਾਂ ਮੇਰੇ ਖਾਣੇ ਪੀਣੇ ਚ ਚੇਂजेस ਹੋ ਰਹੇ ਨੇ, ਠੀਕ ਹੈ, ਮਤਲਬ ਟਿਪੀਕਲ ਡਿਪਰੈਸ਼ਨ ਚ ਭੁੱਖ ਘਟ ਜਾਂਦੀ ਹੈ ਤਾਂ ਕਰਕੇ weight ਘਟਦਾ ਹੈ, ਠੀਕ ਹੈ, नींद घट जाती है ता करके फ्रस्ट्रेशन, हेडेक, लो मूड रहता है, राइट। अटिपिकल डिप्रेशन च बिंज ईटिंग होता है, बिंज ईटिंग मतलब बंदा बहुत खाना ता करके वेट गेन होता है, बिल्कुल, या फिर नींद बहुत आ जाती है ता करके प्रोक्रेस्टिनेशन या फिर बहुत वर्क डिले होता है, राइट। तो ये सारे बेसिक लक्षण जो हम ऑब्जर्व कर सकते हैं खुद में, एंड वी शुड कंसल्ट अ मेंटल हेल्थ प्रोफेशनल। ਪਰ ਆਮ ਕਰਕੇ ਜੋ ਆਪਣੀ ਸੁਸਾਇਟੀ ਹੈ, ਜੋ ਆਪਣਾ ਕਲਚਰ ਹੈ, ਆਪਾਂ ਜੇ ਕਹਿ ਦਈਏ ਕਿ ਕਿਸੇ ਸਾਈਕੈਟਰਿਸਟ ਦੇ ਕੋਲ ਜਾਣਾ ਹੈ ਤਾਂ ਲੋਕ ਕਹਿ ਦਿੰਦੇ ਇਹ ਤਾਂ ਪਾਗਲ ਹੈ, ਇਹ ਪਾਗਲ ਹੋ ਗਿਆ, ਇਹਦੇ ਦਿਮਾਗ ਦੇ ਵਿੱਚ ਫਰਕ ਪੈ ਗਿਆ। ਪੰਜਾਬੀ ਦੇ ਵਿੱਚ ਮੋਸਟਲੀ ਕਹਿੰਦੇ ਕਿ ਇਹਦਾ ਦਿਮਾਗ ਹਿੱਲ ਗਿਆ। ਮਤਲਬ ਕਿਸੇ ਡਾਕਟਰ ਦੇ ਕੋਲ ਜਾਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਸਾਈਨਮੈਂਟ ਹੀ, ਵੱਡਾ ਟਾਸਕ ਹੀ ਉਸਨੂੰ ਕਿਹਾ ਜਾ ਸਕਦਾ ਹੈ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਕਿ ਅਸੀਂ ਸਾਈਕੈਟਰਿਸਟ ਕੋਲ ਜਾ ਰਹੇ ਹਾਂ, ਅਸੀਂ ਕੰਸਲਟੈਂਟ ਕੋਲ ਜਾ ਰਹੇ ਹਾਂ, ਤੇ ਸਾਡਾ ਮਜ਼ਾਕ ਵੀ ਉਡਾਇਆ ਜਾਏਗਾ। ਇਹ ਵੱਖਰੀ ਤਰ੍ਹਾਂ ਦਾ ਇੱਕ ਟਰਾਮਾ ਹੁੰਦਾ। यस, डेफिनेटली जो स्टिग्मा है एसोसिएटेड विद साइकेट्री वो बहुत ज्यादा है, स्पेशली इन इंडियन पॉपुलेशन, जहाँ पे कंपैरिजन बहुत किया जाता है, बचपन से किया जाता है कि शर्मा जी का बेटा देख कैसा अच्छा है, तू क्यों ऐसा, बिल्कुल, राइट। या फिर खुद दी एग्जांपल पेरेंट्स देंदे ने कि ਅਸੀਂ ਤਾਂ ਇੰਨੇ ਪ੍ਰੋਬਲਮ ਚ ਕੱਟੇ ਨੇ ਦਿਨ, ਤੁਹਾਨੂੰ ਤਾਂ ਇੰਨਾ ਸੌਖਾ ਹੈ ਸਾਰਾ ਕੰਮ, ਅਸੀਂ ਤਾਂ ਪਤਾ ਨਹੀਂ ਕੈਂਡਲ ਚ ਪੜ੍ਹਾਈ ਕੀਤੀ ਹੈ, ਤੁਸੀਂ ਤਾਂ ਲਾਈਟ ਚ ਪੜ੍ਹਾਈ ਕਰਦੇ ਹੋ। ਤਾਂ ਬੱਚੇ ਤੇ ਕਾਂਸਟੈਂਟ ਪ੍ਰੈਸ਼ਰ ਪਾਇਆ ਜਾਂਦਾ, ਰਾਈਟ। ਤਾਂ ਉਹ ਇੱਕ ਸਟਿਗਮਾ ਹੁੰਦਾ ਹੈ ਕਿ ਆਈ ਡੋंट ਵਾਂਟ ਟੂ ਫੀਲ ਵੀਕ, कि अगर मैं साइकियाट्रिस्ट को गया तो लोग मैंने वीक कहेंगे, और सबसे इम्पोर्टेंट मुझे ही लगता है कि मैं वीक हो गया हूँ, और हमारा ईगो जो है वो एक्सेप्ट करने नहीं देता कि हम वीक पड़ गए, जबकि मेंटल हेल्थ वीक नहीं हुई है, मेंटल हेल्थ सेंसिटिव हुई है, बिल्कुल। और अगर ਆਪਾਂ ਇਹਨੂੰ ਇਗਨੋਰ ਕਰਦੇ ਆ ਤਾਂ ਜਿਵੇਂ ਕੋਈ ਵੀ ਬਿਮਾਰੀ ਹੁੰਦੀ ਹੈ, ਰਾਈਟ,
ਜਿਵੇਂ ਇਨਫੈਕਸ਼ਨ ਹੋ ਗਿਆ, ਅਗਰ ਆਪਾਂ ਉਹਨੂੰ ਇਗਨੋਰ ਕਰ ਦਿਆ ਤਾਂ ਉਹ ਵੱਧ ਸਕਦੀ ਹੈ ਔਰ ਵੱਡਾ ਇਨਫੈਕਸ਼ਨ ਹੋ ਸਕਦਾ ਹੈ। ਉਸੇ ਪ੍ਰਕਾਰ ਨਾਲ ਕੰਪੈਰੀਜ਼ਨ ਵਾਈਜ਼ ਡਿਪਰੈਸ਼ਨ ਜਾਂ ਐਂਜ਼ਾਇਟੀ ਅਗਰ ਤੁਹਾਨੂੰ ਇਨੀਸ਼ੀਅਲ ਸਟੇਜ 'ਚ ਆ ਤਾਂ ਤੁਸੀਂ ਮੈਂਟਲ ਹੈਲਥ ਪ੍ਰੋਫੈਸ਼ਨਲ ਕੋਲ ਜਾਣਾ। ਜੀ ਅਗਰ ਤੁਸੀਂ ਨਾ ਜਾ ਪਾਏ ਔਰ ਤੁਸੀਂ ਆਪਣੇ ਆਪ ਨੂੰ ਹੀ ਠੀਕ ਕਰਨ ਦੀ ਕੋਸ਼ਿਸ਼ ਕਰਨ 'ਚ ਲੱਗੇ ਤਾਂ ਹੋ ਸਕਦਾ ਹੈ ਕਿ ਤੁਹਾਡਾ ਡਿਪਰੈਸ਼ਨ ਵੱਧ ਕੇ ਸੀਵੀਅਰ ਡਿਪਰੈਸ਼ਨ ਹੋ ਸਕਦਾ ਹੈ। ਜੀ ਉਹਦੇ ਨਾਲ ਸੁਸਾਈਡਲ ਥਾਟਸ ਆ ਸਕਦੇ, ਬਿਲਕੁਲ ਉਹਦੇ ਨਾਲ ਔਰ ਵੀ ਫਿਜ਼ੀਕਲ ਬਿਮਾਰੀਆਂ ਹੋਣ ਦੇ ਚਾਂਸਸ ਵੀ ਹੁੰਦੇ। ਬਿਲਕੁਲ ਡਾਕਟਰ ਸਾਹਿਬ, ਆਪਾਂ ਰਿਕਵਰੀ ਤੇ ਵੀ ਗੱਲ ਕਰਾਂਗੇ। ਫਿਲਹਾਲ ਇੱਕ ਆਪਾਂ ਨੂੰ ਬ੍ਰੇਕ ਦੇ ਲਈ ਰੁਕਣਾ ਪੈਣਾ ਹੈ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਜਾਰੀ ਰੱਖਾਂਗੇ ਤੇ ਅਸੀਂ ਗੱਲ ਕਰਾਂਗੇ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਓਵਰਕਮ ਕਿਵੇਂ ਹੋਇਆ ਜਾਵੇ, ਫੈਮਿਲੀ ਕਿਸ ਤਰ੍ਹਾਂ ਦੇ ਨਾਲ ਰੋਲ ਪਲੇ ਕਰ ਸਕਦੀ ਹੈ, ਤੁਸੀਂ ਸੈਲਫ ਵਰਕ ਕਿਵੇਂ ਕਰ ਸਕਦੇ ਹੋ। ਫਿਲਹਾਲ ਇੱਕ ਵਕਫੇ ਤੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਡਿਪਰੈਸ਼ਨ, ਚਿੰਤਾ ਦੇ ਵਿੱਚ ਨੌਜਵਾਨ ਕਿਉਂ ਨੇ, ਕਿਸ ਤਰ੍ਹਾਂ ਬਾਹਰ ਨਿਕਲ ਸਕਦੇ ਨੇ, ਸੁਸਾਈਡਲ ਥਾਟਸ ਵੀ ਆਉਂਦੇ ਨੇ। ਸਾਡੇ ਨਾਲ ਲਗਾਤਾਰ ਡਾਕਟਰ ਜੋਸਫ ਕਾਲੇ ਜੁੜੇ ਹੋਏ ਨੇ। ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਜੋਸਫ ਕਾਲੇ ਡਾਕਟਰ ਸਾਹਿਬ ਦੇ ਨਾਲ। ਇੱਕ ਵਾਰ ਫਿਰ ਤੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬਹੁਤ ਸਾਰੀਆਂ ਚੀਜ਼ਾਂ ਨੂੰ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਕਿਉਂ ਹੋ ਰਿਹਾ ਹੈ। ਮੇਰਾ ਇੱਥੇ ਇੱਕ ਸਵਾਲ ਇਹ ਹੈ ਕਿ ਜਦੋਂ ਬੰਦਾ ਕਿਸੇ ਮੈਂਟਲ ਸਟ੍ਰੈਸ ਦੇ ਵਿੱਚ ਹੁੰਦਾ ਹੈ, ਇੰਨਾ ਜ਼ਿਆਦਾ ਘਿਰਿਆ ਹੋਇਆ ਕਿ ਉਸਨੂੰ ਕੁਝ ਨਹੀਂ ਪਤਾ ਚੱਲਦਾ, ਸੁਸਾਈਡਲ ਥੋਟਸ ਆਉਂਦੇ ਨੇ ਔਰ ਕਈ ਵਾਰ ਬੰਦਾ ਉਹ ਕੁਝ ਕੁ ਪਲ ਦਾ ਸਮਾਂ ਹੁੰਦਾ, ਆਈ ਥਿੰਕ ਕੁਝ क्षण ਹੁੰਦੇ ਨੇ ਜਦੋਂ ਉਸ ਤੇ ਸੰਭਲ ਲਿਆ ਤੇ ਬੰਦਾ ਜ਼ਿੰਦਗੀ 'ਚ ਕਦੇ ਸੁਸਾਈਡ ਬਾਰੇ ਨਹੀਂ ਸੋਚਦਾ, ਤੇ ਨਹੀਂ ਸਮਝਿਆ ਉਹ ਉਹਨਾਂ ਕੋ ਹੈਵੀ ਹੋ ਜਾਂਦਾ ਕਿ ਸੁਸਾਈਡ ਕਰਨ ਨੂੰ ਚਲਿਆ ਜਾਂਦਾ ਹੈ। ਦੂਸਰਾ ਮੇਰਾ ਸਵਾਲ ਇਹ ਕਿ ਕੋਈ ਚੀਜ਼ ਇੰਨੀ ਹੈਵੀ ਹੁੰਦੀ ਹੈ, ਅਸੀਂ ਆਮ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਹਾਂ ਕਿ ਕਿਸੇ ਨੇ ਕੁਝ ਕਹਿ ਦਿੱਤਾ, ਸਾਡੇ ਕਿਸੇ ਫੈਮਿਲੀ ਮੈਂਬਰ ਨੇ ਕਹਿ ਦਿੱਤਾ, ਸਾਡੇ ਦੋਸਤ ਨੇ ਕਹਿ ਦਿੱਤਾ, ਵਾਈਫ ਨੇ ਕਹਿ ਦਿੱਤਾ, ਹਸਬੈਂਡ ਨੇ ਕਹਿ ਦਿੱਤਾ, ਉਹ ਗੱਲ ਕਈ ਸਾਲ ਤੱਕ ਦਿਮਾਗ ਦੇ ਵਿੱਚ ਬੈਠੀ ਰਹਿੰਦੀ ਹੈ, ਉਹ ਅੰਦਰੋਂ ਅੰਦਰੋਂ ਸਾਨੂੰ ਖਰਾਬ ਕਰਦੀ है। वो गल बाहर किवें निकल सकती है? राइट, जैसे आपने बहुत इंपॉर्टेंट पॉइंट यहाँ पे बोला है, सुसाइड एंड सुसाइडल अटेम्प्ट्स, राइट। अगर आप स्टैटिस्टिक्स या नंबर दी गल करिए तो इंडिया सुसाइड प्रिवलेंस च अनफॉर्चुनेटली साउथ ईस्ट एशियन कंट्रीज नंबर 1 है। मतलब मैक्सिमम सुसाइड जेडे ने प्रेवलेंस इंडिया च ने, इंसिडेंट्स इंडिया च, राइट। फिर भी वो आंकड़े जो है वो कहते हैं कि अंडररेटेड मतलब जितने आंकड़े दिखाए जा रहे हैं उससे कई गुना ज्यादा सुसाइड के आंकड़े हो सकते हैं, राइट। सुसाइडल अटेम्प्ट्स दी गल अगर आप करिए तो ये कंप्लीट सुसाइड तो बहुत गुना ज्यादा सुसाइड अटेम्प्ट्स होंगे, राइट। तुसी मानोगे नहीं, एवरी मिनट या एवरी यू कैन से एवरी 5 to 15 सेकंड्स च एक सुसाइड अटेम्प्ट होता है, राइट, इंडिया च किते ना किते, राइट, बिल्कुल। एंड एवरी अराउंड 10 to 15 मिनट्स एक कंप्लीट सुसाइड हो जाता है, राइट। तो सुसाइड अटेम्प्ट्स या सुसाइड इन्ने वध क्यों है, राइट। बिकॉज वन, जैसे डिप्रेशन का प्रिवलेंस ज्यादा हो गया है, राइट। दूसरी चीज, सुसाइड को बहुत ज्यादा ग्लोरीफाई किया गया है जी। मीडिया च तुसी इदा दे फिल्म च दिखांदे ने कि बहुत मतलब प्यार च ब्रेकअप हो गया तब मैंने सुसाइड कर लिया क्योंकि यही मेरा प्यार। तो सच्चे प्यार का प्रमाण क्या है कि मैंने सुसाइड कर लिया, राइट। या फिर सोशल मीडिया में बहुत सनसनी क्रिएट की जाती है, किसी सेलिब्रिटी ने सुसाइड कर लिया तो उसके बारे में बहुत न्यूज चलेगी, उसको बहुत हाईलाइट किया जाएगा, राइट, उसको ग्लोरीफाई किया जाएगा, राइट। तो जो सेंसिटिव नौजवान होते हैं, जो बहुत इम्पल्सिव होते हैं, वो उस समय की, जैसे आपने बहुत राइटली पॉइंट आउट किया कि वो कुछ चंद पल होंगे जिस टाइम सुसाइड दे थॉट्स बहुत हावी होंगे ਆਪਾਂ अगर ਆਪਾਂ ਉਹ ਚੰਦ ਪਲ ਨੂੰ अगर सवार सके तो बंदे दी जान भी बच सकती, राइट। तो वो हम उस टाइम पे बहुत सारे सुसाइड हेल्पलाइंस इंडिया में भी अवेलेबल है, तो अगर आप नेट पे चेक करोगे तो सुसाइड हेल्पलाइंस वहां पे होते हैं, उनके साथ अगर बात करते हैं तो वो जो पल है उस टाइम पे सपोर्ट मिल सकती है। देखो, कोई भी अपनी जान नहीं लेना चाहता, सिंपल सी बात है, हर किसी को अपनी जान प्यारी होती है, राइट। बट उस टाइम पे
ਉਸ ਬੰਦੇ ਨੂੰ ਐਵੇਂ ਲੱਗਦਾ ਹੈ ਕਿ ਇਸ ਸਿਚੁਏਸ਼ਨ 'ਚ ਬਾਹਰ ਕੋਈ ਮੈਨੂੰ ਕੱਢ ਨਹੀਂ ਸਕਦਾ, there is no way out, there is no ray of hope for me, ਤਾਂ सुसाइड करना या जान देना एक ही मुझे ऑप्शन लगता है। ਬਿਲਕੁਲ राइट, ਬਿਲਕੁਲ ठीक है। ਲੱਗਦਾ ਹੈ ਕਿ ਕੋਈ ਹੈ ਹੀ ਨਹੀਂ ਹੈ ਸਾਡਾ, ਅਸੀਂ ਇੰਨੇ ਵੱਡੇ ਹੋ ਗਏ, 30 ਸਾਲ ਦੇ ਹੋ ਗਏ, 40 ਸਾਲ ਦੇ ਹੋ ਗਏ, 25 ਦੇ ਹੋ ਗਏ, ਕਿ ਸਾਡਾ ਕੋਈ ਇੱਕ ਇਨਸਾਨ ਵੀ ਨਹੀਂ ਹੈ ਜੋ ਸਾਨੂੰ ਸਾਂਭ ਸਕੇ। ਮੋਸਟਲੀ ਜਿਨ੍ਹਾਂ ਲੋਕਾਂ ਦੇ ਨਾਲ ਆਪਾਂ ਜੋ ਅੰਡਰ ਡਿਪਰੈਸ਼ਨ ਨੇ ਉਹਨਾਂ ਦੇ ਨਾਲ ਗੱਲ ਕਰੀਏ ਤਾਂ ਮੋਸਟਲੀ ਲੋਕ ਇਹੀ ਕਹਿੰਦੇ ਨੇ, ਖਾਸ ਕਰਕੇ ਯੰਗਸਟਰਸ ਇਹ ਕਹਿੰਦੇ ਨੇ ਜੋ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਹੈ। ਔਰ ਮੈਂ ਇੱਥੇ ਡਾਕਟਰ ਸਾਹਿਬ ਰਿਕਵਰੀ ਦਾ ਵੀ ਜਾਣਨਾ ਚਾਹੂੰਗੀ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਰਿਕਵਰ ਕਿਵੇਂ ਹੋਇਆ ਜਾ ਸਕਦਾ ਹੈ, ਜਾਂ ਕਦੇ ਹੋਇਆ ਵੀ ਜਾ ਸਕਦਾ ਹੈ ਜਾਂ ਨਹੀਂ ਹੋਇਆ ਜਾ ਸਕਦਾ, ਜੇ ਸਮਾਂ ਲੱਗਦਾ ਤਾਂ ਕਿੰਨਾ ਕੁ ਲੱਗਦਾ ਫਿਰ? ओके, रिकवरी पॉसिबल है, बिल्कुल पॉसिबल है। राइट, सबसे पहली चीज तो अवेयरनेस, मुझे पहले पता होना चाहिए कि मेरे सिम्टम्स क्या है, कि क्या सच में मुझे मेंटल हेल्थ प्रोफेशनल की जरूरत है। तो सब तो पहली स्टेप जड़ी है वो है एजुकेट होना, खुद उन्हें पता होना। दूसरी स्टेप जड़ी बहुत इंपॉर्टेंट है वो है टू सीक हेल्प। टू सीक हेल्प मतलब ਆਪਾਂ ਕਿਸੇ ਮੈਂਟਲ ਹੈਲਥ ਪ੍ਰੋਫੈਸ਼ਨਲ, ਜਿਵੇਂ ਕਿ ਮੈਂ ਸਾਈਕੈਟ੍ਰਿਸਟ ਡਾਕਟਰ ਆ, ਜਿਵੇਂ ਕਾਉਂਸਲਰਸ ਹੁੰਦੇ ਆ, ਰਾਈਟ, ਸਾਈਕੋਲੋਜਿਸਟ ਕਾਉਂਸਲਰਸ ਹੁੰਦੇ ਆ, ਉਹਨਾਂ ਕੋਲ ਆਪਾਂ ਜਾ ਕੇ ਉਹਨਾਂ ਦੀ ਕਾਉਂਸਲਿੰਗ ਲੈ ਸਕਦੇ ਆ। ਮੈਡੀਸਿਨ ਦੀ ਲੋੜ ਹੈ, ਮੈਡੀਸਿਨ ਜ਼ਰੂਰ ਲਓ। ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਮਿਥ ਨੇ, ਬਹੁਤ ਸਾਰੇ ਲੋਕ ਬਹੁਤ ਸਾਰੇ ਮਿਥ ਫੈਲਾਉਂਦੇ ਕਿ ਤੁਸੀਂ ਅਗਰ ਸਾਈਕੈਟ੍ਰਿਸਟ ਕੋਲ ਗਏ ਤਾਂ ਤੁਹਾਡੀ ਮੈਡੀਸਿਨ ਤਾਂ ਲਾਈਫ ਲੌਂਗ ਲੱਗ ਗਈ ਤੁਹਾਨੂੰ, ਤਾਂ ਬਿਲਕੁਲ ਇਹ ਮੈਡੀਸਿਨ ਕਦੇ ਘਟ ਨਹੀਂ ਸਕਦੀ। ਉਹ ਸਾਈਕੈਟ੍ਰਿਸਟ ਕੀ ਕਰਦੇ ਨੇ, ਨਸ਼ੇ ਦੀ ਗੋਲੀਆਂ ਤੇ ਲਗਾ ਦਿੰਦੇ ਆ, ਨੀਂਦ ਦੀ ਗੋਲੀਆਂ ਤੇ ਲਗਾ ਦਿੰਦੇ ਆ, ਤੁਸੀਂ ਤਾਂ ਕੁਝ ਕਰ ਹੀ ਨਹੀਂ ਪਾਓਗੇ। ਰਾਈਟ, ਤੁਹਾਡਾ ਡਿਪਰੈਸ਼ਨ ਕਦੇ ਠੀਕ ਹੀ ਨਹੀਂ ਹੋ ਸਕਦਾ। ਰਾਈਟ, ਇਹ ਸਾਰੇ ਜਿਹੜੇ ਮਿਥ ਨੇ ਇਹ ਪਹਿਲਾਂ ਆਪਾਂ ਸਾਈਡ ਬਾਈ ਕਰਨੇ ਜ਼ਰੂਰੀ ਨੇ। ਰਾਈਟ, ਆਪਾਂ ਇੱਕ ਅਪਰੋਚ ਐਵੇਂ ਦਾ ਰੱਖਣਾ ਹੈ ਕਿ ਅਗਰ ਮੈਨੂੰ ਕੋਈ ਪ੍ਰੋਬਲਮਸ ਹੈ, ਜਿਹੜੇ ਸਿੰਪਟਮਸ ਆਪਾਂ ਪਹਿਲਾਂ ਡਿਸਕਸ ਕਰੇ ਸੀ, ਅਗਰ ਮੈਨੂੰ ਇਹ ਸਿੰਪਟਮਸ ਹੈ, अगर मैनू लगता है कि मेरी वर्क एफिशिएंसी घट रही है, मेरे फैमिली च प्रॉब्लम हो रहे, मैं एवें दा बंदा यार सी नहीं, मैं हुण पता नहीं क्यों इन्ना चिड़चिड़ा हो जाना, क्यों चिड़चिड़ी हो जानी, पता नहीं मैं मेरे हस्बैंड नाल इवें क्यों गल कर दिया, मेरे वाइफ नाल इवें क्यों गल करदा, या फिर मैं अपने बच्चों नाल मार कूट क्यों करदा, मैनू पता ही नहीं चलता। राइट, अगर मैनू एवें दे सिम्पटम्स आ रहे तो मैनू हेल्प दी लोड़ है। ਇਹ ਨਹੀਂ ਕਿ ਮੈਂ ਵੀਕ ਆ, ਇਹ ਨਹੀਂ ਕਿ ਮੈਂ ਪਾਗਲ ਹੋ ਗਿਆ, ਇਹ ਹੈ ਕਿ ਮੈਨੂੰ ਹੁਣ ਕਿਸੇ ਦੀ ਹੈਲਪ ਦੀ ਲੋੜ ਹੈ, ਮੈਨੂੰ ਕੋਈ ਗਾਈਡ ਕਰਨ, ਕਿਉਂਕਿ ਮੇਰੇ ਸਿਰ ਤੇ ਬੋਝ ਬਹੁਤ ਜ਼ਿਆਦਾ ਹੋ ਗਿਆ, ਮੈਂ ਓਵਰ ਥਿੰਕਰ ਬਹੁਤ ਹੋ ਗਿਆ। ਕਿਉਂ? ਕਿਉਂਕਿ ਮੈਨੇ ਉਹ ਜਿਹੜੀ ਗੱਲ ਸੀ ਉਹ ਮੈਨੇ ਡੀਲ ਨਹੀਂ ਕੀਤੀ। ਮੈਨੇ ਉਸੇ ਟਾਈਮ ਤੇ ਕਿਸੇ ਕਾਉਂਸਲਰ ਕੋਲ ਜਾ ਕੇ, ਅਗਰ ਮੈਂ ਕਾਉਂਸਲਿੰਗ ਕਰਤਾ ਕਿ ਇਹ ਜੋ ਪ੍ਰੋਬਲਮ ਹੈ ਮੈਨੂੰ ਤੁਸੀਂ ਦੱਸੋ मैं ਕੀ ਕਰ सकता। और हर किसी की पर्सनैलिटी अलग अलग होती है। राइट, हर किसी का सिचुएशन को देखने का नजरिया अलग अलग होता है। राइट, आपके मोस्टली लोग क्या करते हैं कि अपने फ्रेंड्स को जानते हैं, सबसे बेस्ट एडवाइजर होना था कौन होता है? फ्रेंड होता है। और फ्रेंड दी मेंटल हेल्थ दी नॉलेज उन्नी क्या जिन्नी ए बंदे दी। राइट, वो गाइड किवें दा चंगा कर रहा है नहीं कर रहा है, ये ਆਪਾਂ ਨੂੰ ਦੇਖਣ ਦੀ ਲੋੜ, ਮੈਂਟਲ ਹੈਲਥ ਪ੍ਰੋਫੈਸ਼ਨਲ ਕੋਲ ਜਾਣ ਦੀ ਲੋੜ ਹੈ। ਜਿਵੇਂ ਦੀ ਪਰਸਨੈਲਿਟੀ ਹੁੰਦੀ ਹੈ, ਜਿਵੇਂ ਦੀ ਕੰਪੈਟੀਬਿਲਿਟੀ ਰਿਲੇਸ਼ਨਸ਼ਿਪ ਚ ਹੁੰਦੀ ਹੈ, ਜਿਵੇਂ ਦੇ ਸਟ੍ਰੈਸਰਸ ਆਸ-ਪਾਸ ਹੁੰਦੇ ਹੈ, ਅਗਰ ਆਪਾਂ ਉਹਨੂੰ ਸਟੱਡੀ ਕਰੀਏ ਜਿਵੇਂ ਕਿ ਅਸੀਂ ਕਰਦੇ ਆ, ਸਟੱਡੀ ਕਰਕੇ ਉਹਨਾਂ ਨੂੰ ਇੱਕ ਸੋਲੂਸ਼ਨ ਬਣਾਉਂਦੇ, ਠੀਕ ਹੈ, ਸੋਲੂਸ਼ਨ ਬਣਾ ਕੇ ਉਹ ਉਸ ਰਿਕਵਰੀ ਦੇ ਪਾਥ ਤੇ ਜ਼ਰੂਰ ਜਾ ਸਕਦੇ हैं। और रिकवरी जो है, देखो रिकवरी ओवर द पीरियड ऑफ टाइम ही होती है। अगर मैं चाहूं कि मेरी रिकवरी 5 दिन से हो जानी चाहिए, 7 दिन से हो जानी चाहिए, देखो ये कोई गले का इन्फेक्शन नहीं है। बिल्कुल राइट, ये बिल्कुल ये हमारी पर्सनालिटी से रिलेटेड चीजें हैं, ये हमारी लाइफ से रिलेटेड चीजें हैं। आज अगर मुझे डिप्रेशन हो रहा है, इसका मतलब उसके पीछे कितने सालों से मैं सफर कर रहा हूँ, बिल्कुल कितने दिनों से सफर कर रहा हूँ, मेरा अपब्रिंगिंग कैसा है, मेरा पेरेंटिंग कैसा है, मुझे बचपन में कोई ट्रॉमा था नहीं था, मेरे मैरिज में कोई ट्रॉमा है नहीं है, मेरे रिलेशनशिप में क्या ट्रॉमा है, मेरे वर्क पे क्या ट्रॉमा है, ये सारे ट्रॉमा स्टडी करने बहुत जरूरी है। और इसको थोड़ा समय देना जरूरी है। और प्लान ऑफ रिकवरी में हमने जो रिकवरी पॉइंट्स हम देते हैं, जो होमवर्क्स देते हैं,
जो चीजें करने को कहते हैं वो चीजें होने की जरूरत है। ਜੇ ਆਪਾਂ ਲੋਕ ਖਾਣ ਪੀਣ ਦੀ, ਮਾਫ ਕਰਨਾ ਮੈਂ ਤੁਹਾਨੂੰ ਟੋਕ ਦਿੱਤਾ ਵਿੱਚ ਦੀ, ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਤਾਂ ਬਦਲਿਆ ਹੋਇਆ ਖਾਣ ਪਾਣ ਵੀ ਇਹਨਾਂ ਸਾਰੀਆਂ ਚੀਜ਼ਾਂ ਤੇ ਅਸਰ ਪਾਉਂਦਾ ਹੈ ਸਾਡੀ ਮੈਂਟਲ ਹੈਲਥ ਤੇ, ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਦੋਂ ਖਾਣ ਪੀਣ ਸਹੀ ਨਹੀਂ ਹੈ ਜਾਂ ਕੈਮੀਕਲਸ ਯੁਕਤ ਅਸੀਂ ਖਾਣਾ ਪੀਣਾ ਖਾਂਦੇ ਹਾਂ, ਉਹ ਕੈਮੀਕਲਸ ਹੁੰਦੇ ਨੇ, ਉਹ ਇਸ ਚੀਜ਼ ਤੇ ਵੀ ਅਸਰ ਪਾਉਂਦੇ ਨੇ। इस बहुत इंपॉर्टेंट पॉइंट आपने लिया है। साइकेट्रिक न्यूट्रिशन नाम की एक ब्रांच अभी काफी उभर के आ रही है, राइट। और इस पे बहुत काम किया जा रहा है। गट ब्रेन एक्सिस, गट ब्रेन एक्सिस ਦਾ ਮਤਲਬ ਕੀ ਹੁੰਦਾ ਹੈ ਕਿ ਪੇਟ ਜਿਹੜਾ ਹੈ ਆਪਣਾ ਡਾਈਜੈਸਟ ਕਰਦਾ ਹੈ ਸਾਰਾ, ਗਟ ਸਿਸਟਮ ਜਿਹਨੂੰ ਆਪਾਂ ਕਹਿੰਦੇ, ਰਾਈਟ। ਅਗਰ ਆਪਾਂ ਠੀਕ ਤਰੀਕੇ ਨਾਲ ਅਗਰ ਨਹੀਂ ਖਾਂਦੇ, मतलब नेचुरल और ऑर्गेनिक चीजें नहीं खाते हैं जी, तो लीकी गट होने के चांसेस होते हैं। व्हाट डू यू मीन बाय लीकी गट? लीकी गट में हमारे गट लाइनिंग में कुछ ऐसी चीजें होती है जिससे टॉक्सिक एलिमेंट्स हमारे ब्लड में चले जाते हैं जी, और ब्लड से वो ब्रेन से चले जाते हैं और ब्रेन से जाके जेड़ा अपना डोपामीन है, जेड़ा अपना सीरोटोनिन है, जेड़ा अपना एंडोर्फिन है, वो सारे लेवल्स इम्बैलेंस कर देता है जी। तो अगर हम टाइम ਤੇ ਨਹੀਂ ਖਾਂਦੇ, ਅਗਰ ਆਪਾਂ ਟਾਈਮ ਤੇ ਐਕਸਰਸਾਈਜ਼ ਨਹੀਂ ਕਰਦੇ, ਅਗਰ ਆਪਾਂ ਆਰਗੈਨਿਕ ਔਰ ਨੈਚੁਰਲ ਫੂਡ ਜਾਂ ਫਰੂਟਸ ਨਹੀਂ ਖਾਂਦੇ, ਰਾਈਟ, ਤਾਂ ਆਪਾਂ ਨੂੰ ਡਿਪਰੈਸ਼ਨ ਹੋਣ ਦੇ ਚਾਂਸਸ ਹੁੰਦੇ। ਵਿਟਾਮਿਨ ਡੀ ਕਰਕੇ ਇੱਕ ਬਹੁਤ ਰਿਸਰਚ ਹੁਣ ਵੀ ਆ ਰਹੀ ਹੈ। ਵਿਟਾਮਿਨ ਡੀ ਜਿਹੜਾ ਆਪਾਂ ਨੂੰ ਧੂਪ ਨਾਲ ਮਿਲਦਾ ਹੈ ਜਾਂ ਫਿਰ ਆਪਾਂ ਉਹਨੂੰ ਸਪਲੀਮੈਂਟਸ ਲੈ ਕੇ ਉਹਨੂੰ ਪੂਰਾ ਕਰ ਸਕਦੇ ਹਾਂ। ਈਵਨ ਵਿਟਾਮਿਨ ਡੀ ਡੈਫੀਸ਼ੀਐਂਸੀ ਜਾਂ ਵਿਟਾਮਿਨ B12 ਡੈਫੀਸ਼ੀਐਂਸੀ ਜੋ ਵੈਜ ਖਾਂਦੇ ਉਹਨਾਂ 'ਚ ਦਿਖਦੀ ਹੈ, ਵਿਟਾਮਿਨ B12 ਡੈਫੀਸ਼ੀਐਂਸੀ ਕਰਕੇ ਵੀ ਆਪਾਂ ਨੂੰ ਡਿਪਰੈਸ਼ਨ ਵਰਗੇ ਸਿੰਪਟਮਸ ਦਿਖ ਸਕਦੇ ਜੀ। ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਨੂੰ ਬਹੁਤ ਡਿਟੇਲ ਦੇ ਵਿੱਚ ਸਮਝਾਇਆ, ਸਮਾਂ ਕੱਢਿਆ ਤੁਸੀਂ ਇਸ ਇੰਪੋਰਟੈਂਟ ਮੁੱਦੇ ਤੇ ਚਰਚਾ ਕਰਨ ਦੇ ਲਈ, ਦੱਸਿਆ ਕਿ ਕੀ ਇਸ ਦੇ ਰੀਜ਼ਨ ਨੇ। ਤੁਹਾਡਾ ਬਹੁਤ ਸ਼ੁਕਰੀਆ ਜੀ। ਤਾਂ ਸਾਡੇ ਦਰਸ਼ਕਾਂ ਨੂੰ ਵੀ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਉਮੀਦ ਸਾਨੂੰ ਇਹ ਵੀ ਹੈ ਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲੇ ਹੋਣਗੇ। ਬਹੁਤ ਸਾਰੇ ਉਹ ਲੋਕ ਜਿਹੜੇ ਸਟ੍ਰੈਸ, ਡਿਪਰੈਸ਼ਨ ਨਾਮ ਦੀ ਇਸ ਬਿਮਾਰੀ ਤੋਂ ਜੂਝ ਰਹੇ ਨੇ, ਸ਼ਾਇਦ ਉਹਨਾਂ ਨੂੰ ਕੁਝ ਹੈਲਪ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਮਿਲ ਸਕੇ। ਸਾਡਾ ਮਕਸਦ ਹੈ ਲੋਕਾਂ ਨੂੰ ਅਵੇਅਰ ਕਰਨਾ, ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਔਰ ਜ਼ਿੰਦਗੀ ਬਹੁਤ ਖੂਬਸੂਰਤ ਹੈ। ਫਿਲਹਾਲ ਅੱਜ ਦੇ ਲਈ ਇੰਨਾ ਹੀ। ਧੰਨਵਾਦ। ਸਤਿ ਸ਼੍ਰੀ ਅਕਾਲ।